ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਕਿ ਪ੍ਰਭੂ ਨੇ ਇੱਕ ਵਾਰੀ ਫੇਰ ਸਾਨੂੰ ਆਪਣੇ ਕਦਮਾਂ ਦੇ ਵਿੱਚ ਇਕੱਠਿਆਂ ਕੀਤਾ। ਸਭ ਗੱਲਾਂ ਲਈ ਪਰਮੇਸ਼ਰ ਦਾ ਧੰਨਵਾਦ ਹੋ। ਤਾਂ ਆਈਏ ਅਸੀਂ ਆਪਣੇ ਵਿਸ਼ੇ ਜੋ ਪਿਛਲੇ ਦਿਨਾਂ ਤੋਂ ਅਸੀਂ ਸਿੱਖ ਰਹੇ ਹਾਂ ਕਿ ਆਦਮ ਦੇ ਪਾਪ ਕਰਨ ਦੇ ਕਾਰਨ ਮਨੁੱਖ ਜਾਤੀ ਨੂੰ ਕੀ ਨੁਕਸਾਨ ਹੋਏ। ਅੱਜ ਉਹਦੀ ਕਲਾਸ ਨੰਬਰ 6 ਹੈ ਜੋ ਤੁਸੀਂ ਆਪਣੇ ਮੋਬਾਈਲ ਸਕਰੀਨ ਤੇ ਦੇਖ ਸਕਦੇ ਹੋ। ਔਰ ਥੋੜਾ ਜਿਹਾ ਮੈਂ ਪਿੱਛੋਂ ਰਿਪੀਟ ਕਰਾਂਗਾ ਤਾਂ ਕਿ ਜੇਕਰ ਅੱਜ ਕੋਈ ਨਵਾਂ ਸੁਣ ਰਿਹਾ ਆ ਤੁਹਾਨੂੰ ਸਮਝ ਲੱਗ ਜਾਵੇ ਕਿ ਜਦੋਂ ਆਦਮ ਔਰ ਹਵਾ ਨੇ ਪਾਪ ਕੀਤਾ ਉਹਨਾਂ ਨੂੰ ਤੇ ਸਜ਼ਾ ਮਿਲੀ ਹੀ ਮਿਲੀ ਆ, ਨਾਲ ਸਾਰੀ ਮਾਨਵ ਜਾਤੀ ਨੂੰ ਜਾਂ ਸਾਰੀ ਮਨੁੱਖ ਜਾਤੀ ਨੂੰ ਵੀ ਕੀ ਮਿਲ ਗਈ? ਉਸ ਚੀਜ਼ ਦੀ ਸਜ਼ਾ ਮਿਲ ਗਈ। ਉਹ ਸਜ਼ਾ ਕੀ ਸੀ? ਪਹਿਲੀ ਸਜ਼ਾ ਸੀ ਕਿ ਜੋ ਪਰਮੇਸ਼ਰ ਨੇ ਕਿਹਾ ਸੀ ਕਿ ਜੇਕਰ ਤੂੰ ਇਹ ਫਲ ਖਾਵੇਂਗਾ ਤੇ ਤੂੰ ਜ਼ਰੂਰ ਮਰ ਜਾਵੇਂਗਾ। ਆਤਮਿਕ ਤੌਰ ਤੇ ਇਨਸਾਨ ਮਰ ਗਿਆ। ਜਿਉਂਦਾ ਤੇ ਸੀ, ਸਰੀਰਕ ਤੌਰ ਤੇ ਜਿਉਂਦਾ ਸੀ, ਪਰ ਆਤਮਿਕ ਤੌਰ ਤੇ ਮਰਿਆ ਸੀ। ਜਦੋਂ ਹੀ ਕਿਤੇ ਉਹਦੀ ਸਰੀਰਕ ਮੌਤ ਹੁੰਦੀ ਸਿੱਧਾ ਉਹ ਨਰਕ ਦੀ ਅੱਗ ਦੇ ਲਈ ਤਿਆਰ ਸੀ। ਪਰ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਪਰਮੇਸ਼ਰ ਨੇ ਫਿਰ ਦੁਬਾਰਾ ਸਾਨੂੰ ਮਰਿਆ ਹੋਇਆਂ ਨੂੰ ਨਵੇਂ ਸਿਰੇ ਤੋਂ ਜਨਮ ਦੇਣ ਦਾ ਯੋਜਨਾ ਬਣਾ ਲਈ। ਫਿਰ ਉਹਦੀ ਆਤਮਿਕ ਸੰਗਤੀ ਟੁੱਟ ਗਈ ਸੀ। ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਕਿ ਅਦਨ ਬਾਗ ਦੇ ਵਿੱਚ ਪਰਮੇਸ਼ਰ ਆਦਮ ਤੇ ਹਵਾ ਦੇ ਨਾਲ ਮਿਲਣ ਲਈ ਆਉਂਦਾ ਸੀ ਜਾਂ ਉਹਨਾਂ ਦੇ ਨਾਲ ਸੰਗਤੀ ਕਰਨ ਲਈ ਆਉਂਦਾ ਸੀ, ਪਰ ਉਹਨਾਂ ਦੇ ਪਾਪ ਕਰਨ ਦੇ ਕਾਰਨ ਇਹ ਸੰਗਤੀ ਦੁਬਾਰਾ ਕੀ ਹੋ ਗਈ? ਫਿਰ ਟੁੱਟ ਗਈ। ਪਰ ਯੀਸ਼ੂ ਮਸੀਹ ਦੇ ਵਸੀਲੇ ਦੇ ਨਾਲ ਅਸੀਂ ਫਿਰ ਦੁਬਾਰਾ ਉਹਦੇ ਨਾਲ ਸੰਗਤੀ ਕਰਨ ਦੇ ਲਈ ਤਿਆਰ ਹਾਂ। ਤਾਂ ਹੀ ਤਾਂ ਉਹਨੇ ਪਰਮੇਸ਼ਰ ਨੇ ਕਿਹਾ ਕਿ ਲਗਾਤਾਰ ਹੁਣ ਤੁਸੀਂ ਰਸੂਲਾਂ ਦੀ ਸੰਗਤੀ ਤੇ ਕੀ ਕਰਿਆ ਕਰੋ, ਲੱਗੇ ਰਿਹਾ ਕਰੋ। ਔਰ ਫਿਰ ਪਰਮੇਸ਼ਰ ਆਇਆ। ਪਰਮੇਸ਼ਰ ਕਹਿੰਦਾ ਆਦਮ ਤੂੰ ਕਿੱਥੇ ਆ? ਆਦਮ ਕਹਿੰਦਾ ਪ੍ਰਭੂ ਮੈਂ ਤੇਰੇ ਸਾਹਮਣੇ ਨਹੀਂ ਆ ਸਕਦਾ ਕਿਉਂਕਿ ਮੈਂ ਕੀ ਆ? ਨੰਗਾ। ਉਹ ਨੰਗਾ ਹੋ ਗਿਆ, ਆਪਣਾ ਲਿਬਾਸ ਗਵਾ ਬੈਠਾ। ਪਰ ਫਿਰ ਪਰਮੇਸ਼ਰ ਨੇ ਉਹਨੂੰ ਐਸੇ ਜਲਾਲੀ ਬਸਤਰ ਪਹਿਨਾਏ ਨੇ ਜਿਨ੍ਹਾਂ ਦੇ ਬਾਰੇ ਹੁਣ ਅਸੀਂ ਸਿੱਖ ਰਹੇ ਹਾਂ। ਪਿਛਲੇ ਦਿਨਾਂ ਸਿੱਖਿਆ ਸਭ ਤੋਂ ਪਹਿਲਾਂ ਸੱਚਾਈ ਦੀ ਕਮਰਕਸ, ਫਿਰ ਧਰਮ ਦੀ ਸੰਜੋਗ, ਫਿਰ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ, ਫਿਰ ਪਿਛਲੀ ਵਾਰੀ ਸਿੱਖ ਰਹੇ ਸੀ ਨੇਚਾ ਦੀ ਢਾਲ, ਵਿਸ਼ਵਾਸ ਦੀ ਢਾਲ। ਅੱਜ ਸਿੱਖਾਂਗੇ ਮੁਕਤੀ ਦਾ ਟੋਪ। ਉਸ ਤੋਂ ਬਾਅਦ ਅੱਗੇ ਦੋ ਨੁਕਸਾਨ ਹੋਰ ਹੋਏ ਕਿ ਉਹ ਹੱਕ ਗਵਾ ਬੈਠਾ। ਚੌਥਾ ਨੁਕਸਾਨ ਸਾਰਾ ਉਹਨੂੰ ਹੱਕ ਸੀ ਨਾ, ਤੂੰ ਜਿੱਥੋਂ ਚਾਹੇ ਤੂੰ ਕੀ ਕਰ ਸਕਦਾ ਹੈ, ਪਰ ਇਹ ਹੱਕ ਖਤਮ ਹੋ ਗਿਆ। ਫਿਰ ਉਸ ਘਰ ਵਿੱਚੋਂ ਕੀ ਕਰ ਦਿੱਤਾ ਗਿਆ? ਅਦਨ ਬਾਗ ਵਿੱਚੋਂ ਕੀ ਕਰ ਦਿੱਤਾ ਗਿਆ? ਉਹ ਕੱਢ ਦਿੱਤਾ ਗਿਆ। ਇਹ ਆਉਣ ਵਾਲੇ ਦਿਨਾਂ 'ਚ ਅਸੀਂ ਇਹਨਾਂ ਚੀਜ਼ਾਂ ਤੇ ਗੌਰ ਕਰਾਂਗੇ। ਪਰ ਅੱਜ ਅਸੀਂ ਤੀਸਰੇ ਪੁਆਇੰਟ ਤੇ, ਉਹ ਜਿਹੜਾ ਲਿਬਾਸ ਗਵਾਚ ਗਿਆ ਸੀ, ਪਰਮੇਸ਼ਰ ਨੇ ਫਿਰ ਦੁਬਾਰਾ ਆਪਣੀ ਕਿਰਪਾ ਦੇ ਅਨੁਸਾਰ ਉਹਨੂੰ ਜਲਾਲੀ ਬਸਤਰ ਪਹਿਨਾਏ ਨੇ। ਉਹ ਬਸਤਰ ਕੀ ਨੇ? ਸਚਾਈ ਦੀ ਕਮਰਕਸ, ਧਰਮ ਦੀ ਸੰਜੋਗ, ਮੇਲ ਮਿਲਾਪ ਦੀ, ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ। ਇਹਨਾਂ ਸਭਨਾਂ ਸਣੇ ਕਹਿੰਦਾ ਨੇਚਾ ਦੀ ਕੀ ਲੈ ਲਓ। ਔਰ ਅੱਜ ਅਸੀਂ ਸਿੱਖਣ ਜਾ ਰਹੇ ਹਾਂ ਮੁਕਤੀ ਦਾ ਟੋਪ। ਪੜ੍ਹੀਏ ਇਫਸੀਆਂ ਦੀ ਪੱਤਰੀ 6 ਬਾਬ ਉਹਦਾ 17 ਵਚਨ। ਅਤੇ ਮੁਕਤੀ ਦਾ ਟੋਪ। ਹਾਂ, ਕੀ ਲੈ ਲਓ? 16 ਤੋਂ ਪੜ੍ਹ ਲਓ ਇੱਕ ਵਾਰ। ਉਹਨਾਂ ਸਭਨਾ ਸਣੇ ਨੇਚਾ ਦੀ ਢਾਲ ਲਓ। ਬਾਕੀ ਸਭਨਾ ਸਣੇ ਨੇਚਾ ਦੀ ਢਾਲ ਲਓ, ਜਿਹਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨ ਬਾਣਾਂ ਨੂੰ ਬੁਝਾ ਸਕੋਗੇ। ਹਾਂ, ਅਤੇ ਮੁਕਤੀ ਦਾ ਟੋਪ। ਔਰ ਉਹਦੇ ਸਣੇ ਕੀ ਲੈਣ ਦੀ ਜ਼ਰੂਰਤ ਆ? ਮੁਕਤੀ ਦਾ ਟੋਪ ਲੈਣ ਦੀ ਵੀ ਜ਼ਰੂਰਤ ਆ। ਮੁਕਤੀ ਦਾ ਟੋਪ ਕਹਿਣ ਤੋਂ ਮਤਲਬ ਹੈਲਮਟ। ਇਹ ਪਲੂਸ ਜਦੋਂ ਇਫਸਸ ਦੀ ਕਲੀਸਿਆ ਨੂੰ ਇਹਨਾਂ ਆਤਮਿਕ ਹਥਿਆਰਾਂ ਔਰ ਸ਼ਸਤਰਾਂ ਬਸਤਰਾਂ ਦੇ ਬਾਰੇ ਦੱਸ ਰਿਹਾ ਆ, ਤੋ ਇਹ ਕੋਈ ਨਵੀਂ ਗੱਲ ਨਹੀਂ ਸੀ। ਇਹ ਗੱਲਾਂ ਪਰਮੇਸ਼ਰ ਨੇ ਪਹਿਲਾਂ ਯਸ਼ਾਇਆ ਨਬੀ ਦੇ ਜ਼ਮਾਨੇ ਵੀ ਉਹਨਾਂ ਨੂੰ ਕਹੀਆਂ ਸੀ। ਕੁਝ ਗੱਲਾਂ ਪਰਮੇਸ਼ਰ ਪਹਿਲਾਂ ਵੀ ਆਪਣੇ ਵਚਨਾਂ ਦੁਆਰਾ ਉਹਨਾਂ ਲੋਕਾਂ ਨਾਲ ਗੱਲ ਕਰ ਚੁੱਕਾ ਆ। ਤੇ ਇੱਕ ਵਾਰ ਪਲੂਸ ਫੇਰ ਇਹਨਾਂ ਗੱਲਾਂ ਨੂੰ ਰਿਪੀਟ ਕਰਕੇ ਉਹਨਾਂ ਨੂੰ ਦੱਸ ਰਿਹਾ ਕਿ ਪ੍ਰਭੂ ਨੇ ਤੁਹਾਨੂੰ ਕਿਹਾ ਸੀ ਨਾ ਕਿ ਮੁਕਤੀ ਦਾ ਟੋਪ ਕੀ ਕਰ ਲਿਓ, ਲੈ ਲਿਓ। ਤੇ ਹੁਣ ਤੁਹਾਡੇ ਇੱਕ ਇੱਕ ਦੇ ਜੀਵਨ ਦੇ ਉੱਤੇ ਉਹ ਮੁਕਤੀ ਦਾ ਟੋਪ ਹੋਣਾ ਕੀ ਆ? ਬਹੁਤ ਜ਼ਰੂਰੀ ਆ। ਆਈਏ ਇਹਦੇ ਵਾਸਤੇ ਪੜ੍ਹਦੇ ਹਾਂ ਯਸ਼ਾਇਆ ਨਬੀ ਦੀ ਕਿਤਾਬ, ਉਹਦਾ 59 ਬਾਬ 17 ਵਚਨ। ਯਸ਼ਾਇਆ ਨਬੀ ਦੀ ਕਿਤਾਬ 59 ਬਾਬ 17 ਵਚਨ।
ਉਹਨੇ ਧਰਮ ਦੀ ਸੰਜੋ ਵਾਂਗੂ ਅਤੇ ਆਪਣੇ ਸਿਰ ਉੱਤੇ ਮੁਕਤੀ ਦਾ ਟੋਪ ਪਹਿਨਿਆ। ਕਹਿੰਦਾ ਉਹਨੇ ਧਰਮ ਦੀ ਸੰਜੋ ਔਰ ਆਪਣੇ ਉੱਤੇ ਮੁਕਤੀ ਦਾ ਕੀ ਪਹਿਨਿਆ? ਟੋਪ ਪਹਿਨਿਆ। ਕਿਉਂ? ਪਰਮੇਸ਼ਰ ਕਹਿੰਦਾ ਉਹਦੇ ਸਾਰੇ ਸ਼ਸਤਰ ਬਸਤਰ ਲੈ ਲਓ। ਕਿਉਂਕਿ ਯਸ਼ਾਇਆ ਨਬੀ ਦੀ ਕਿਤਾਬ ਦੇ ਵਿੱਚ ਵੀ ਪਰਮੇਸ਼ਰ ਨੇ ਇਹਨਾਂ ਗੱਲਾਂ ਦਾ ਵਰਣਨ ਕੀਤਾ। ਇੱਥੇ ਥੋੜਾ ਜਿਹਾ ਇਹਨਾਂ ਚੀਜ਼ਾਂ ਦਾ ਇੱਕ ਬਦਲ ਕੇ ਰੂਪ ਦੱਸਦਾ ਪਰਮੇਸ਼ਰ, ਜਾਂ ਅਸਲੀ ਸਾਨੂੰ ਸਮਝ ਆਉਣ ਵਾਲੀਆਂ ਗੱਲਾਂ ਇੱਥੇ ਵੀ ਦੱਸਦਾ ਆ। ਕਹਿੰਦਾ ਉਹਨੇ, ਪੜੋ ਦੁਬਾਰਾ, ਉਹਨੇ ਧਰਮ ਦੀ ਸੰਜੋ ਵਾਂਗੂ ਉਹਨੇ ਧਰਮ ਦੀ ਸੰਜੋ ਵਾਂਗੂ ਅਤੇ ਆਪਣੇ ਸਿਰ ਉੱਤੇ ਮੁਕਤੀ ਦਾ ਟੋਪ ਪਹਿਨਿਆ। ਆਪਣੇ ਸਿਰ ਉੱਤੇ ਕੀ ਕੀਤਾ? ਉਹਨੇ ਮੁਕਤੀ ਦਾ ਟੋਪ ਪਹਿਨਿਆ ਆ। ਉਹਨੇ ਬਦਲਾ ਲੈਣ ਦੇ ਬਸਤਰ ਲਿਬਾਸ ਲਈ ਪਹਿਨੇ। ਉਹਨੇ ਹੁਣ ਕੀ ਪਾਏ ਨੇ? ਇਹ ਕਿਹੜੇ ਬਸਤਰ ਨੇ? ਬਦਲਾ ਲੈਣ ਦੇ ਬਸਤਰ। ਸ਼ੈਤਾਨ ਤੋਂ ਬਦਲਾ ਲੈਣ ਦੇ ਕੀ ਨੇ? ਬਸਤਰ ਨੇ। ਜਦੋਂ ਤੁਸੀਂ ਇਹ ਬਸਤਰ ਪਾ ਲੈਂਦੇ ਹੋ, ਜਿਹੜਾ ਨੁਕਸਾਨ ਆਦਮ ਹਵਾ ਦੇ ਸਮੇਂ 'ਚ ਉਹਨੇ ਅਦਨ ਦੇ ਬਾਗ 'ਚ ਕੀਤਾ ਆ, ਇਹ ਬਸਤਰਾਂ ਦੇ ਨਾਲ ਤੁਸੀਂ ਖੜੇ ਨਹੀਂ ਰਹੋਗੇ। ਇਹ ਬਸਤਰਾਂ ਦੇ ਨਾਲ ਸਿਰਫ ਉਹਦਾ ਸਾਹਮਣਾ ਨਹੀਂ ਕਰੋਗੇ, ਇਹ ਬਸਤਰਾਂ ਦੇ ਨਾਲ ਸ਼ੈਤਾਨ ਤੋਂ ਪੂਰਾ ਤੁਸੀਂ ਹਿਸਾਬ ਕਿਤਾਬ ਜਾਂ ਦਾ ਬਦਲਾ ਵੀ ਲੈ ਸਕੋਗੇ। ਇਹ ਬਸਤਰ ਕਿਹੜੇ ਨੇ ਅਸਲ 'ਚ? ਬਦਲਾ ਲੈਣ ਦੇ ਬਸਤਰ। ਪੜੋ, ਹਿੰਦੀ 'ਚ ਪੜੋ जरा। उसने धर्म को झिलम के समान पहन लिया। हाँ। और उसके सर पर उधार का टोप रखा गया। हाँ। उसने बदला लेने का वस्त्र धारण किया। हाँ। और जलजलाहट को बागे के समान पहन लिया है। ਹੁਣ ਇਹ ਪੰਜਾਬੀ 'ਚ ਪੜੋ ਆਖਰੀ ਲਾਈਨ ਕੀ? ਜਲਜਲਾਹਟ ਨੂੰ ਅਤੇ ਚੋਲੇ ਵਾਂਗੂ ਅਣਖ ਨੂੰ ਪਾ ਲਿਆ। ਤੇ ਚੋਲੇ ਵਾਂਗੂ ਕੀ ਪਾ ਲਿਆ? ਹੁਣ ਉਹਨੇ ਅਣਖ ਨੂੰ ਪਾ ਲਿਆ। ਜਦੋਂ ਇਹ ਤੁਸੀਂ ਬਸਤਰ ਪਾਉਂਦੇ ਹੋ, ਫਿਰ ਆਤਮਿਕ ਤੌਰ ਤੇ ਤੁਹਾਡੇ ਅੰਦਰ ਜਾਗਦੀ ਹੈ ਇੱਕ ਅਣਖ। ਉਹ ਅਣਖ ਜਿਹਦੇ ਬਾਰੇ ਪੁਰਾਣੇ ਸਮਿਆਂ 'ਚ ਵੀ ਨਬੀਆਂ ਨੇ ਕਿਹਾ, ਜਿਸ ਤਰ੍ਹਾਂ ਏਲੀਆ ਨਬੀ ਕੀ ਕਹਿੰਦਾ ਮੈਂ ਆਪਣੇ ਯਹੋਵਾ ਪਰਮੇਸ਼ਰ ਦੀ ਅਣਖ 'ਚ ਕੀ ਕੀਤਾ ਹੋਇਆ ਆ? ਸੜਿਆ ਹੋਇਆ। ਇਸ ਤਰ੍ਹਾਂ ਜਦੋਂ ਤੁਸੀਂ ਇਹ ਬਸਤਰ ਪਾਉਂਦੇ ਹੋ, ਇਹ ਬਸਤਰ ਨੰਬਰ 1 ਤੇ ਬਦਲਾ ਲੈਣ ਦੇ ਬਸਤਰ ਨੇ, ਦੂਸਰਾ ਇਹ ਆਤਮਿਕ ਅਣਖ ਦੇ ਬਸਤਰ ਨੇ। ਇਹ ਕੋਈ ਮਾਮੂਲੀ ਬਸਤਰ ਨਹੀਂ ਆ, ਇਹ ਗਜਬ ਦੀ ਪੋਸ਼ਾਕ ਆ। ਕਿਹੜੀ ਪੋਸ਼ਾਕ ਆ? ਗਜਬ ਦੀ ਪੋਸ਼ਾਕ। ਇਹਨਾਂ ਵਚਨਾਂ ਤੋਂ ਬਾਅਦ ਇਹ ਜਦੋਂ ਖਤਮ ਹੋ ਜਾਣਗੇ, ਫਿਰ ਅਸੀਂ ਸਿੱਖਾਂਗੇ ਇਹ ਗਜਬ ਦੀ ਪੋਸ਼ਾਕ ਕਿਉਂ ਆ। ਪੰਜਾਬ ਦੇ ਵਿੱਚ ਤੁਸੀਂ ਦੇਖੇ ਨਾ, ਸਾਡੇ ਨਿਹੰਗ ਸਿੰਘ ਹੁੰਦੇ ਨੇ, ਉਹ ਸਰੀਰਕ ਤੌਰ ਤੇ ਉਹਨਾਂ ਦੇ ਸਾਰੇ ਸ਼ਸਤਰ ਬਸਤਰ ਕੀ ਕੀਤੇ ਨੇ? ਤੁਸੀਂ ਪੰਗਾ ਲਾਓਗੇ ਉਹਨਾਂ ਨਾਲ? ਹਾਂਜੀ। ਬੱਸ 'ਚ ਕੋਈ ਡਰਦਾ ਟਿਕਟ ਵੀ ਉਹਨਾਂ ਕੋਲ ਨਹੀਂ ਮੰਗਦਾ। ਕਿਉਂ? ਉਹਨਾਂ ਨੂੰ ਪਤਾ ਜਿਹੜੇ ਸ਼ਸਤਰ ਬਸਤਰ ਇਹਨਾਂ ਕੀ ਕਰਦੇ ਨੇ ਇਸੇ ਤਰ੍ਹਾਂ ਇੱਕ ਆਤਮਿਕ ਇਨਸਾਨ ਹੈ ਜਿਹਨੇ ਇਹ ਕੀ ਕੀਤੇ ਨੇ? ਬਸਤਰ ਪਾਏ ਨੇ। ਸ਼ੈਤਾਨ ਦੀ ਹਿੰਮਤ ਨਹੀਂ ਉਹਦੇ ਨਾਲ ਕੀ ਲੈ ਸਕੇ? ਪੰਗਾ ਲੈ ਸਕੇ। ਕਿਉਂਕਿ ਉਹਨੂੰ, ਸ਼ੈਤਾਨ ਨੂੰ ਉਹਦੇ ਜੀਵਨ ਦੇ ਉੱਪਰ, ਸ਼ੈਤਾਨ ਨੂੰ ਉਹਦੇ ਉੱਪਰ ਇਹ ਅਣਖ ਦੇ ਬਸਤਰ, ਇਹ ਬਦਲਾ ਲੈਣ ਦੇ ਬਸਤਰ, ਇਹ ਜਲਾਲੀ ਬਸਤਰ, ਇਹ ਗਜਬ ਦੀ ਪੋਸ਼ਾਕ ਦਿਖ ਰਹੀ ਆ। ਇਸ ਕਰਕੇ ਪਰਮੇਸ਼ਰ ਦਾ ਵਚਨ ਕਹਿੰਦਾ ਸੀ ਨਾ, ਉਹਦੇ ਸਾਰੇ ਸ਼ਸਤਰ ਬਸਤਰ ਕੀ ਕਰ ਲਓ, ਤਾਂ ਕਿ ਤੁਸੀਂ ਉਹਦੇ ਛਲ ਛਰਿੰਦਾ ਦੇ ਸਾਹਮਣੇ ਕੀ ਕਰ ਸਕੋ? ਉਹਦੇ ਸਾਰੇ ਸ਼ਸਤਰ ਬਸਤਰ ਪਹਿਨ ਲਓ, ਤਾਂ ਕਿ ਤੁਸੀਂ ਉਹਦੀਆਂ ਸਾਰੀਆਂ ਯੁਕਤੀਆਂ ਦੇ ਅਨੁਸਾਰ, ਉਹਦੀ ਸਾਰੀਆਂ ਚਾਲਾਂ ਦੇ ਅੱਗੇ ਤੁਸੀਂ ਖਲੋ ਸਕੋ। ਔਰ ਐਸਰਾ ਨਹੀਂ ਖਲੋਣਾ, ਸਭੋਂ ਕੁਝ ਮੁਕਾ ਕੇ ਕੀ ਕਰ ਸਕੋ? ਹੁਣ ਵਾਰੀ ਆਈ ਆ ਸਿੱਖਦੇ ਸਾਡੇ ਸਿਰ ਦੀ। ਇੱਕ ਵਾਰ ਇੱਕ ਖਬਰ ਪੜੀ, ਇੱਕ ਐਕਸੀਡੈਂਟ ਹੋਇਆ ਔਰ ਉਸ ਐਕਸੀਡੈਂਟ ਦੇ ਵਿੱਚ ਮਰਨ ਵਾਲੇ ਦੇ ਸਿਰ ਤੇ ਸੱਟ ਲੱਗੀ, ਸਿਰਫ ਸਿਰ ਤੇ। ਔਰ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਇਹਦੇ ਸਿਰ ਦੀ ਹੱਡੀ ਟੁੱਟੀ, ਇਹਦਾ ਦਿਮਾਗ ਡੈਮੇਜ ਹੋਇਆ, ਇਹਦੇ ਕਾਰਨ ਕੀ ਹੋ ਗਿਆ? ਮਰ ਗਿਆ। ਇਹ ਬਚ ਸਕਦਾ ਸੀ ਜੇਕਰ ਇਹਨੇ ਹੈਲਮਟ ਪਾਇਆ ਹੁੰਦਾ। ਤੇ ਸਰੀਰ ਦੇ ਹੋਰ ਕਿਸੇ ਜਗ੍ਹਾ ਤੇ ਕੀ ਨਹੀਂ ਸੀ, ਇਹਦੀ ਜਾਨ ਕੀ ਕਰ ਸਕਦੀ ਸੀ? ਬਚ ਸਕਦੀ ਸੀ। ਪਰ ਜੇ ਕੀ ਪਾਇਆ ਹੁੰਦਾ ਇਹਨੇ? ਇੱਕ ਮਾਮੂਲੀ ਹੈਲਮਟ ਸਾਡੀ ਕੀ ਬਚਾ ਸਕਦਾ? ਤੇ ਮੁਕਤੀ ਦਾ ਹੈਲਮਟ। ਇਹਦਾ ਨੇ ਕੀ ਨਾਮ ਦਿੱਤਾ? ਇਹ ਮਾਮੂਲੀ ਹੈਲਮਟ ਨਹੀਂ ਆ। ਇਹ ਕਿਹੜਾ ਹੈਲਮਟ ਆ? ਮੁਕਤੀ ਦਾ ਟੋਪ ਆ। ਇਹ ਕੀ ਕਰੇਗਾ ਅੱਜ ਅਸੀਂ ਵੇਖਣ ਲਈ ਜਾ ਰਹੇ ਹਾਂ। ਔਰ ਹਰ ਵਿਸ਼ਵਾਸੀ ਦੇ, ਹਰ ਮਸੀਹੀ ਦੇ, ਜੋ ਮਸੀਹੀ ਜੀਵਨ ਜੀ ਰਿਹਾ ਆ, ਉਹਦੇ ਸਿਰ ਉੱਪਰ ਜੇਕਰ ਇਹ ਮੁਕਤੀ ਦਾ ਟੋਪ ਨਹੀਂ ਹੋਇਆ ਤੇ ਕੀ ਹੋ ਜਾਵੇਗੀ?
ਫਿਰ ਦੁਬਾਰਾ ਆਤਮਿਕ ਮੌਤ ਹੋ ਜਾਵੇਗੀ। ਸ਼ੈਤਾਨ ਕਸਰ ਨਹੀਂ ਛੱਡੇਗਾ, ਕਿਉਂਕਿ ਸ਼ੈਤਾਨ ਅਦਨ ਬਾਗ ਤੋਂ ਹੀ ਸਾਡੇ ਸਭਨਾਂ ਦੇ ਪਿੱਛੇ ਕੀ ਕੀਤਾ ਹੋਇਆ ਆ। ਪਰ ਪ੍ਰਭੂ ਯਿਸੂ ਮਸੀਹ ਨੇ ਦੁਬਾਰਾ ਸਾਨੂੰ ਕੀ ਕੀਤਾ ਆ? ਜੀਵਨ ਦਿੱਤਾ ਆ। ਕਿਤੇ ਫੇਰ ਇਹ ਜੀਵਨ ਮੌਤ 'ਚ ਨਾ ਬਦਲ ਜਾਏ। ਇਸ ਕਾਰਨ ਸਾਡਾ ਸਾਰਿਆਂ ਦਾ ਇਸ ਮੁਕਤੀ ਦੇ ਟੋਪ ਨੂੰ ਪਹਿਨਣਾ ਕੀ ਆ? ਜ਼ਰੂਰੀ ਆ। ਆइए ਇੱਕ ਵਚਨ ਪੜ੍ਹਦੇ ਹਾਂ ਜੀ, ਪਹਿਲਾ ਥਿਸਲੋਨਕੀਆਂ 5 ਬਾਬ ਉਹਦਾ 8 ਵਚਨ। ਪਹਿਲਾ ਥਿਸਲੋਨਕੀਆਂ 5 ਬਾਬ 8 ਵਚਨ। ਪਰ ਅਸੀਂ ਜਦੋਂ ਦਿੰਦੇ ਹਾਂ ਤਾਂ ਨਿਹਚਾ ਅਤੇ ਪ੍ਰੇਮ ਦੀ ਸੰਜੋਗ ਅਤੇ ਮੁਕਤੀ ਦੀ ਆਸ ਨੂੰ ਟੋਪ ਦੇ ਥਾਂ ਪਹਿਨ ਕੇ ਸੁਚੇਤ ਰਹੀਏ। ਅਸੀਂ ਕੀ ਰਹੀਏ? ਇਹ ਜੋ ਮੁਕਤੀ ਦਾ ਟੋਪ ਆ, ਇਹ ਸਾਨੂੰ ਸੁਚੇਤ ਰੱਖਦਾ ਆ। ਜੇਕਰ ਇਹ ਕਿਸੇ ਨੇ ਨਹੀਂ ਪਾਇਆ, ਇਹਦਾ ਮਤਲਬ ਉਹ ਬੰਦਾ ਸੁਚੇਤ ਨਹੀਂ। ਤਾਂ ਹੀ ਤੇ ਵਚਨ 'ਚ ਲਿਖਿਆ, ਆਪਣੇ ਆਤਮਿਕ ਜੀਵਨ ਦੀ ਕੀ ਕਰੋ? ਰਾਖੀ ਕਰੋ। ਜੇਕਰ ਤੁਸੀਂ ਆਪਣੇ ਆਤਮਿਕ ਜੀਵਨ ਦੀ ਰਖਵਾਲੀ ਕਰਨਾ ਚਾਹੁੰਦੇ, ਆਪਣੇ ਆਤਮਿਕ ਜੀਵਨ ਦੀ ਰਾਖੀ ਕਰਨਾ ਚਾਹੁੰਦੇ ਹੋ, ਤੇ ਤੁਹਾਡੇ ਜੀਵਨ ਦੇ ਉੱਤੇ, ਤੁਹਾਡੇ ਆਤਮਿਕ ਜੀਵਨ ਦੇ ਉੱਪਰ, ਤੁਹਾਡੇ ਸਿਰਾਂ ਦੇ ਉੱਤੇ, ਤੁਹਾਡੇ ਮਨ ਦੇ ਉੱਤੇ ਇਹ ਮੁਕਤੀ ਦਾ ਟੋਪ ਪਿਆ ਹੋਣਾ ਕੀ ਆ? ਲਾਜ਼ਮੀ ਆ। ਨਹੀਂ ਤਾਂ ਤੁਸੀਂ ਚਕੰਨੇ ਨਹੀਂ ਹੋ। ਬੜੀ ਜਗ੍ਹਾ ਤੇ ਲਿਖਿਆ, ਸਾਵਧਾਨ ਰਹੋ, ਸ਼ੈਤਾਨ ਨੂੰ ਮੌਕਾ ਨਾ ਦਿਓ। ਸ਼ੈਤਾਨ ਬੁੱਕ ਦੇ ਸ਼ੀ ਵਾਂਗੂ ਕੀ ਕਰਦਾ ਆ? ਦੇਖਿਆ, ਪਾਪ ਤੁਹਾਡੇ ਬੂਹੇ ਤੇ ਕੀ ਖੜਾ ਆ? ਉਹ ਤੈਨੂੰ ਕੀ ਕਰਦਾ ਆ? ਇੰਤਜ਼ਾਰ ਕਰਦਾ ਤੇਰੀ, ਪਰ ਤੂੰ ਉਹਦੇ ਤੇ ਕੀ ਹੋਣਾ ਆ? ਪ੍ਰਬਲ ਹੋਣਾ। ਇਸ ਕਾਰਨ ਜ਼ਰੂਰੀ ਆ ਸਾਡੇ ਸਭਨਾਂ ਦਾ ਇਸ ਆਤਮਿਕ ਟੋਪ ਨੂੰ ਪਹਿਨਣਾ। ਜੇਕਰ ਅਸੀਂ ਇਹ ਆਤਮਿਕ ਟੋਪ ਪਹਿਨਦੇ ਆ ਤੇ ਅਸੀਂ ਸਾਵਧਾਨ ਆ। ਸਾਨੂੰ ਪੂਰੀ ਆਪਣੇ ਆਤਮਿਕ ਜੀਵਨ ਦੀ ਚਿੰਤਾ ਹੈ। ਅਸੀਂ ਸਰੀਰਕ ਤੌਰ ਤੇ ਬਿਮਾਰ ਹੋ ਜਾਂਦੇ, ਸਾਨੂੰ ਚਿੰਤਾ ਪੈ ਜਾਂਦੀ ਆ, ਪਰ ਅਸਲੀ ਚਿੰਤਾ ਆਤਮਿਕ ਬਿਮਾਰੀ ਦੀ ਕਰਨੀ ਹੈ। ਅਸਲੀ ਜ਼ਰੂਰਤ ਆ ਸਾਡੀ ਆਤਮਿਕ ਬਿਮਾਰੀ ਦੀ ਚਿੰਤਾ ਦੀ, ਕਿਉਂਕਿ ਸਰੀਰ ਦੀ ਬਿਮਾਰੀ ਸਾਡਾ ਕੁਝ ਨਹੀਂ ਵਿਗਾੜ ਸਕਦੀ, ਸਾਨੂੰ ਸਕਦੀ ਆ, ਪਰ ਆਤਮਿਕ ਬਿਮਾਰੀ ਸਾਨੂੰ ਆਤਮਿਕ ਤੌਰ ਤੇ ਮਾਰ ਸਕਦੀ ਆ। ਆਤਮਿਕ ਤੌਰ ਤੇ ਮਰਨਾ ਮਤਲਬ ਹਮੇਸ਼ਾ ਦਾ ਰੋਣਾ, ਕਚੀਚੀਆਂ ਦਾ ਵਟਣਾ ਤੇ ਇੱਕ ਬੂੰਦ ਪਾਣੀ ਲਈ ਤਰਸਣਾ ਆ। ਇਸ ਕਾਰਨ ਮੇਰੇ ਪਿਆਰਿਓ, ਮੇਰੇ ਸੁਣਨ ਵਾਲਿਓ, ਸਾਡੇ ਸਭਨਾਂ ਦੇ ਉੱਪਰ ਜੇਕਰ ਤੁਸੀਂ ਆਪਣੇ ਆਤਮਿਕ ਜੀਵਨ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਜ਼ਰੂਰਤ ਆ ਇਸ ਮੁਕਤੀ ਦੇ ਟੋਪ ਨੂੰ ਪਹਿਨਣ ਦੀ। ਕਿਉਂ ਪਹਿਨਣਾ ਆ? ਵਚਨ ਪੜ੍ਹੀਏ ਜੀ, ਕਹਾਵਤਾਂ 4 ਬਾਬ ਉਹਦਾ 23 ਵਚਨ। ਕਹਾਵਤਾਂ 4 ਬਾਬ 23 ਵਚਨ। ਆਪਣੇ ਮਨ ਦੀ ਵੱਡੀ ਚੌਕਸੀ ਕਰ। ਹੁਣ ਕਹਿੰਦਾ ਆਪਣੇ ਮਨ ਦੀ ਕੀ ਕਰ? ਵੱਡੀ ਚੌਕਸੀ ਕਰ। ਕਿਉਂ ਜੋ ਜੀਵਨ ਦੀਆਂ ਧਾਰਾਂ ਉਸੇ ਤੋਂ ਨਿਕਲਦੀਆਂ ਕਿਉਂ ਜੋ ਜੀਵਨ ਦੀਆਂ ਧਾਰਾਂ ਕੀ ਕਰਦੀਆਂ ਨੇ? ਉਸੇ ਤੋਂ ਹੀ ਨਿਕਲਦੀਆਂ ਨੇ। ਆਪਣੇ ਮਨ ਦੀ ਕੀ ਕਰਨੀ ਹੈ? ਇਧਰ ਮੇਰੇ ਗੌਰ ਨਾਲ ਵੇਖੋ ਮੇਰੇ ਵੱਲ। ਜੇ ਸ਼ੈਤਾਨ ਨੇ ਤੁਹਾਡੇ ਮਨ ਤੇ ਕਬਜ਼ਾ ਕਰ ਲਿਆ ਨਾ, ਜੇ ਸ਼ੈਤਾਨ ਨੇ ਤੁਹਾਡੇ ਦਿਮਾਗ ਨੂੰ ਫੜ ਲਿਆ ਤੇ ਉਹਦਾ ਕੰਟਰੋਲ ਤੁਹਾਡੇ ਸਾਰੇ ਸਰੀਰ ਤੇ ਵੀ ਹੋ ਜਾਵੇਗਾ। ਕਿਉਂਕਿ ਜੀਵਨ ਦੀਆਂ ਧਾਰਾਂ ਕਿੱਥੋਂ ਨਿਕਲਦੀਆਂ ਨੇ? ਇਹ ਦਿਮਾਗ ਹੀ ਆ, ਮਨ ਹੀ ਆ, ਜਿਹੜਾ ਸਾਡੇ ਸਾਰੀਆਂ ਚੀਜ਼ਾਂ ਨੂੰ ਕੀ ਕਰਦਾ ਆ? ਕੰਟਰੋਲ ਕਰਦਾ ਆ। ਹੈ ਨਾ? ਕਈ ਵਾਰ ਕਹਿੰਦੇ ਮੇਰਾ ਆਰਾਧਨਾ ਤੇ ਜਾਣ ਨੂੰ ਕੀ ਨਹੀਂ ਕਰਦਾ? ਮੇਰਾ ਨਹੀਂ ਮਨ, ਮੇਰਾ ਪ੍ਰਾਰਥਨਾ ਕਰਨ ਨੂੰ ਕੀ ਨਹੀਂ ਕਰਦਾ? ਮਨ ਨਹੀਂ ਕਰਦਾ। ਕਿਉਂ ਨਹੀਂ ਕਰ ਰਿਹਾ? ਕਿਉਂਕਿ ਮਨ ਦੇ ਉੱਤੇ ਸ਼ੈਤਾਨ ਦਾ ਕੋਈ ਹਮਲਾ ਹੋ ਚੁੱਕਾ ਹੈ। ਮੇਰਾ ਮਨ ਹੁਣ ਪਰਮੇਸ਼ਰ ਵੱਲ ਨਹੀਂ, ਮੇਰਾ ਮਨ ਸੰਸਾਰ ਵੱਲ ਲੱਗ ਰਿਹਾ ਆ। ਮੇਰਾ ਮਨ ਹੁਣ ਪਰਮੇਸ਼ਰ ਦੇ ਵਚਨਾਂ ਵੱਲ ਨਹੀਂ, ਮੇਰਾ ਮਨ ਸੰਸਾਰ ਦੀਆਂ ਗੱਲਾਂ ਔਰ ਕੰਮਾਂ ਵੱਲ ਲੱਗ ਰਿਹਾ ਆ। ਇਹਦਾ ਮਤਲਬ ਕੀ ਹੋ ਚੁੱਕਾ ਆ? ਮਨ ਦੀ ਚੌਕਸੀ ਨਹੀਂ ਕੀਤੀ ਗਈ। ਪਰਮੇਸ਼ਰ ਦਾ ਵਚਨ ਇਹ ਕਹਿੰਦਾ, ਆਪਣੇ ਮਨ ਦੀ ਕੀ ਕਰ? ਪੜੋ ਦੁਬਾਰਾ। ਆਪਣੇ ਮਨ ਦੀ ਵੱਡੀ ਚੌਕਸੀ ਕਰ। ਕਿਹੋ ਜੀ ਚੌਕਸੀ ਕਰ? ਵੱਡੀ, Z+ ਸੁਰੱਖਿਆ। ਸਭ ਤੋਂ ਵੱਡੀ ਚੌਕਸੀ ਸਾਨੂੰ ਕਿਸ ਚੀਜ਼ ਦੀ ਕਰਨ ਦੀ ਲੋੜ ਆ? ਆਪਣੇ ਮਨ ਦੀ। ਹਾਂ,
ਕਿਉਂ ਜੋ ਜੀਵਨ ਦੀਆਂ ਧਾਰਾਂ ਉਸੇ ਤੋਂ ਨਿਕਲਦੀਆਂ ਕਿਉਂ ਹਨ। ਜੋ ਜੀਵਨ ਦਾ ਸਰੋਤ ਜੀਣਾ ਆ ਨਾ, ਜੇ ਜਿੰਦੇ ਰਹਿਣਾ ਆ ਤੇ ਉਸ ਜਿੰਦੇ ਰਹਿਣ ਦਾ ਸਾਰਾ ਸਿਸਟਮ ਕਿਹਦੇ ਨਾਲ ਜੁੜਿਆ ਆ? ਮਨ ਦੇ ਨਾਲ। ਤਾਂ ਹੀ ਤੇ ਸਾਡੇ ਮਨ ਨੂੰ ਪਰਮੇਸ਼ਰ ਮੁਕਤੀ ਦੇ ਟੋਪ ਦੇ ਨਾਲ ਕੀ ਕਰਨਾ ਚਾਹੁੰਦਾ ਆ? ਟੱਕਣਾ ਚਾਹੁੰਦਾ। ਕਿਉਂਕਿ ਪਰਮੇਸ਼ਰ ਚਾਹੁੰਦਾ ਸਾਡਾ ਮਨ ਹੀ ਸਾਡੇ ਜੀਵਨ ਦੇ ਵਿੱਚ, ਸਾਡੇ ਆਤਮਿਕ ਜੀਵਨ 'ਚ ਸਭ ਤੋਂ ਵੱਧ ਰੋਲ ਰੱਖਦਾ। ਕਿਉਂਕਿ ਅਸੀਂ ਮਨ ਕੀ ਕੀਤਾ ਸੀ? ਫਿਰਾ ਲਿਆ ਸੀ। ਮਨ ਕੀ ਕੀਤਾ ਸੀ? ਤੋਬਾ ਕਰਨ ਦਾ ਮਤਲਬ ਮਨ ਫੇਰ ਲਿਆ, ਮਨ ਮੋੜ ਲਿਆ। ਹੁਣ ਸ਼ੈਤਾਨ ਫੇਰ ਕੋਸ਼ਿਸ਼ ਕਰੇਗਾ ਕਿ ਦੁਬਾਰਾ ਤੋਂ ਸਾਡੇ ਮਨ ਨੂੰ ਕੀ ਕਰ ਲਵੇ? ਆਪਣੇ ਵੱਲ ਮੋੜ ਲਵੇ। ਇਸ ਕਰਕੇ ਪਰਮੇਸ਼ਰ ਦਾ ਵਚਨ ਜ਼ਿਆਦਾ ਧਿਆਨ, ਜ਼ਿਆਦਾ ਫੋਕਸ ਆਤਮਿਕ ਇਨਸਾਨ ਦੇ ਕਿੱਥੇ ਦੇ ਰਿਹਾ? ਆਪਣੇ ਮਨ ਦੀ ਕੀ ਕਰੀ? ਚੌਕਸੀ ਕਰੀ। ਕਿਉਂਕਿ ਜੀਵਨ ਦੀਆਂ ਧਾਰਾਂ, ਹਿੰਦੀ ਚ ਪੜ੍ਹ ਦੋ ਜਰਾ। सबसे चार दांत अधिक है। अपने मन की रक्षा कर, ਸਭ ਤੋਂ ਜ਼ਿਆਦਾ ਆਪਣੇ ਮਨ ਦੀ ਰੱਖਿਆ ਕਰ, क्योंकि जीवन का मूल स्रोत वही है। ਕਿਉਂਕਿ ਜੀਵਨ ਦਾ ਮੂਲ ਸੂਤਰ ਉਹੀ ਆ। ਕਿਉਂ ਪਰਮੇਸ਼ਰ ਕਹਿੰਦਾ ਆਪਣੇ ਮਨ ਦੀ ਨਹੀਂ ਰੱਖਿਆ ਕਰ? ਇਹਦਾ ਸਾਰਾ ਭੇਤ ਅਸੀਂ ਪੜ੍ਹਦੇ ਹਾਂ ਯਾਕੂਬ ਦੀ ਪੱਤਰੀ 1 ਬਾਬ ਔਰ 14 ਔਰ 15 ਆਇਤ ਦੇ ਵਿੱਚ। ਅਸਲ 'ਚ ਮਨ ਨੂੰ ਹੁੰਦਾ ਕੀ ਆ? ਯਾਕੂਬ ਦੀ ਪੱਤਰੀ 1 ਬਾਬ 14 ਔਰ 15 ਵਚਨ। ਪਰ ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਹਾਂ, ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ। ਹੁਣ ਸ਼ੈਤਾਨ ਜਦੋਂ ਸਾਨੂੰ ਪਰਤਾਉਂਦਾ ਆ ਨਾ, ਸ਼ੈਤਾਨ ਜਦੋਂ ਸਾਨੂੰ ਪਰਤਾਵੇ ਚ ਪਾਉਂਦਾ ਕਿ ਅਸੀਂ ਵਾਪਸ ਚੱਲੀਏ, ਤੇ ਕਿੱਥੇ ਹਮਲਾ ਕਰਦਾ? ਪੜੋ ਦੁਬਾਰਾ, ਗੌਰ ਨਾਲ ਸੁਣਿਓ ਇਸ ਚੀਜ਼ ਨੂੰ। ਪਰ ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਹਰ ਕੋਈ ਤਦ ਹੀ ਪਰਤਾਇਆ ਜਾਂਦਾ, ਹਰ ਕੋਈ ਤਦ ਹੀ ਵਾਪਸ ਮੁੜਦਾ, ਹਰ ਕੋਈ ਤਦ ਹੀ ਟੈਸਟ ਚ ਪੈਂਦਾ ਆ। ਹਾਂ, ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ। ਆਪਣੀ ਕਾਮਨਾ ਨਾਲ ਕੀ ਕੀਤਾ ਜਾਂਦਾ? ਤੇ ਕਾਮਨਾਵਾਂ ਕਿੱਥੇ ਉੱਠਦੀਆਂ? ਆਪਣੀ ਕਾਮਨਾ ਦੇ ਨਾਲ ਲੁਭਾਇਆ ਔਰ ਅਤੇ ਦੂਸਰਾ ਕੁਚਲਾਇਆ ਜਾਂਦਾ ਹੈ। ਔਰ ਕੀ ਕੀਤਾ ਜਾਂਦਾ ਹੈ? ਵਚਨ ਗਵਾਹ ਆ, ਇਤਿਹਾਸ ਗਵਾਹ ਆ ਕਿ ਅਦਨ ਬਾਗ ਦੇ ਵਿੱਚ ਜੋ ਵੀ ਹੋਇਆ ਉਹ ਇਸੇ ਚੀਜ਼ ਤੇ ਆਧਾਰਿਤ ਸੀ ਕਿ ਆਦਮ ਔਰ ਹਵਾ ਦਾ ਮਨ ਸਭ ਤੋਂ ਪਹਿਲਾਂ ਸ਼ੈਤਾਨ ਨੇ ਆਪਣੇ ਕਬਜ਼ੇ 'ਚ ਲਿਆ। ਉਹਨਾਂ ਦੇ ਮਨ ਦੇ ਵਿੱਚ ਐਸੀ ਇੱਛਾ ਪਾਈ ਜਿਹੜੀ ਇੱਛਾ ਕੀ ਨਹੀਂ ਹੋ ਸਕੀ। ਹਰ ਕੋਈ ਤਦੇ ਹੀ ਕੀ ਕੀਤਾ ਜਾਂਦਾ ਆ? ਜਦੋਂ ਉਹ ਆਪਣੀ ਹੀ ਕਾਮਨਾ ਦੇ ਵਿੱਚ ਕੀ ਕਰਦਾ ਆ? ਫਸਦਾ ਆ। ਸ਼ੈਤਾਨ, ਜੇਕਰ ਤੁਸੀਂ ਆਪਣੇ ਮਨ ਦੀ ਵੱਡੀ ਚੌਕਸੀ ਨਹੀਂ ਕਰ ਰਹੇ, ਜੇਕਰ ਤੁਸੀਂ ਆਪਣੇ ਮਨ ਦੀ ਵੱਡੀ ਪੈਰਾਗਿਰੀ ਨਹੀਂ ਕਰ ਰਹੇ, ਸ਼ੈਤਾਨ ਤੁਹਾਡੇ ਮਨ ਦੇ ਵਿੱਚ ਲਾਲਸਾਵਾਂ ਪਾਵੇਗਾ, ਸ਼ੈਤਾਨ ਤੁਹਾਡੇ ਮਨ ਦੇ ਵਿੱਚ ਇੱਛਾਵਾਂ ਪਾਵੇਗਾ। ਤੇ ਜੇ ਉਹਨੇ ਉਹ ਇੱਛਾਵਾਂ ਪਾਉਣ ਚ ਕਾਮਯਾਬ ਹੋ ਗਿਆ, ਹੁਣ ਇਹ ਨੇ ਸ਼ੈਤਾਨ ਦੇ ਤੀਰ। ਇਹ ਪੈਨ ਮੰਨ ਲਓ ਕੀ ਹੈ, ਇੱਕ ਇਹ ਮੇਰੇ ਇੱਥੇ ਮਨ ਚ ਵੱਜਣਾ ਆ, ਤੇ ਹੁਣ ਜਦ ਤੱਕ ਮੇਰਾ ਸਿਰ ਖਾਲੀ ਆ ਇਸ ਤੀਰ ਨੂੰ ਕੋਈ ਵੀ ਰੋਕ। ਪਰ ਜਦੋਂ ਮੇਰਾ ਸਿਰ ਨੰਗਾ ਆ, ਇਹ ਤੀਰ ਵੱਜੇਗਾ, ਕੋਈ ਨਾ ਕੋਈ ਨੁਕਸਾਨ ਕਰਕੇ ਜਾਵੇ। ਇਸ ਕਰਕੇ ਪਰਮੇਸ਼ਰ ਦਾ ਵਚਨ ਕਹਿੰਦਾ ਕੀ ਪਾ ਲਓ? ਸ਼ੈਤਾਨ ਜਦੋਂ ਐਸੇ ਵਿਚਾਰ, ਐਸੀਆਂ ਯੋਜਨਾਵਾਂ, ਐਸੀਆਂ ਇੱਛਾਵਾਂ ਤੁਹਾਡੇ ਜੀਵਨ 'ਚ ਲੈ ਕੇ ਆਵੇ ਤੇ ਉਹ ਤੁਹਾਡਾ ਕੋਈ ਵੀ ਨੁਕਸਾਨ ਨਾ ਕਰ ਸਕੇ। ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਆਪਣੇ ਮਨ ਦੀ ਕੀ ਕਰ ਲਵੀਂ? ਵੱਡੀ ਚੌਕਸੀ ਕਰੀ। ਕਿਉਂਕਿ ਜੀਵਨ ਦੀਆਂ ਧਾਰਾਂ ਕਿਹਦੇ ਤੋਂ ਨਿਕਲਦੀਆਂ ਨੇ? ਯਾਕੂਬ ਕਹਿੰਦਾ ਹਰ ਕੋਈ ਤਦੇ ਪਰਤਾਇਆ ਜਾਂਦਾ ਜਦੋਂ ਕੀ ਕਰਦਾ? ਉਹ ਆਪਣੀ ਹੀ ਕਾਮਨਾ ਦੇ ਵਿੱਚ ਫਸਦਾ, ਔਰ ਫਸ ਕੇ ਕੀ ਹੁੰਦਾ? ਪੜੋ। ਜਦੋਂ ਆਪਣੀ ਕਾਮਨਾ ਨਾਲ ਲੁਭਾਇਆ। ਆਪਣੀ ਕਾਮਨਾ ਦੇ ਨਾਲ ਸਭ ਤੋਂ ਪਹਿਲਾਂ ਕੀ ਕੀਤਾ ਜਾਂਦਾ? ਉਹਦੀ ਕਾਮਨਾ ਨੂੰ ਲੁਭਾ ਲੈਂਦੀ ਆ। ਲੁਭਾਉਣ ਦਾ ਮਤਲਬ ਇੰਗਲਿਸ਼ 'ਚ ਅਟਰੈਕਟ ਕਰ ਲੈਂਦੀ ਆ, ਹਿੰਦੀ 'ਚ ਆਕਰਸ਼ਿਤ ਕਰ ਲੈਂਦੀ ਆ। ਸ਼ੈਤਾਨ ਕੁਝ ਆਕਰਸ਼ਿਤ ਕਰਨ ਵਾਲੀਆਂ, ਕੁਝ ਅਟਰੈਕਟ ਕਰਨ ਵਾਲੀਆਂ, ਕੁਝ ਖਿੱਚ ਪਾਉਣ ਵਾਲੀਆਂ ਚੀਜ਼ਾਂ ਸਾਡੇ ਜੀਵਨ 'ਚ ਲੈ ਕੇ ਆਵੇਗਾ। ਇਹਨਾਂ ਚੀਜ਼ਾਂ ਦੀਆਂ ਇੱਛਾਵਾਂ ਸਾਡੇ ਵਿੱਚ ਲੈ ਕੇ ਆਵੇਗਾ। ਜਦੋਂ ਅਸੀਂ ਇਹਨਾਂ ਵੱਲ ਖਿੱਚੇ ਜਾਵਾਂਗੇ, ਖਿੱਚੇ ਤਾਂ ਜਾਵਾਂਗੇ, ਸਭ ਤੋਂ ਪਹਿਲਾਂ ਇੱਕ ਵਿਚਾਰ ਆਵੇਗਾ, ਇੱਕ ਤੀਰ ਆਵੇਗਾ ਉਸ ਚੀਜ਼ ਦਾ
ਉਹ ਤੀਰ ਜਦੋਂ ਸਾਡੇ ਮਨ ਚ ਆਵੇਗਾ, ਜਦੋਂ ਸਾਡੇ ਮਨ ਚ ਉਹ ਇੱਛਾ ਆਵੇਗੀ, ਅਸੀਂ ਉਹਦੇ ਵੱਲ ਕੀ ਕੀਤੇ ਜਾਵਾਂਗੇ? ਖਿੱਚੇ ਜਾਵਾਂਗੇ। ਤੇ ਜਦੋਂ ਅਸੀਂ ਖਿੱਚੇ ਜਾ ਰਹੇ ਹਾਂ, ਦੂਸਰਾ ਕੰਮ ਕੀ ਹੋਵੇਗਾ? ਹਾਂਜੀ, ਤਦ ਕਾਮਨਾ ਗਰਭ ਬਣੀ ਨਹੀਂ 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 ਨਹੀਂ, ਹਰ ਕੋਈ ਤਦੇ ਹੀ ਕੀ ਕੀਤਾ ਜਾਂਦਾ? ਜਦੋਂ ਆਪਣੀ ਕਾਮਨਾ ਨਾਲ ਲੁਭਾਇਆ ਔਰ ਦੂਸਰਾ ਅਤੇ ਪੁਚਲਾਇਆ ਜਾਂਦਾ ਫੇਰ ਕੀ ਹੋ ਜਾਏਗਾ ਸਾਡੇ ਜੀਵਨ ਚ? ਪੁਚਲਾਏ ਜਾਵਾਂਗੇ। ਹਿੰਦੀ ਚ ਕੀ ਲਫ਼ਜ਼ ਹੈ? परंतु प्रत्येक व्यक्ति अपनी ही अभिलाषा से खींचकर और फंसकर परीक्षा में ਪੁਚਲਾ ਮਤਲਬ ਫਸ ਜਾਂਦਾ ਆ। ਪੰਜਾਬੀ ਚ ਪੁਚਲਾਉਣ ਦਾ ਮਤਲਬ ਉਹਨੂੰ ਕੋਈ ਸਮਝ ਨਹੀਂ ਲੱਗ ਰਹੀ ਹੁਣ ਕਿ ਮੈਂ ਕੀ ਕਰਾਂ। ਪਹਿਲਾਂ ਕੀ ਕੀਤਾ? ਇੱਕ ਕਾਮਨਾ ਦਾ ਤੀਰ ਆਇਆ, ਉਸ ਕਾਮਨਾ ਦੇ ਤੀਰ ਨੇ ਕੀ ਕੀਤਾ? ਉਹਨੂੰ ਆਪਣੇ ਵੱਲ ਖਿੱਚ ਲਿਆ, ਤੇ ਖਿੱਚਣ ਤੋਂ ਬਾਅਦ ਹੁਣ ਉਹਨੂੰ ਇਹ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਾਂ, ਕਿਉਂਕਿ ਸ਼ੈਤਾਨ ਨੇ ਕੀ ਕਰ ਦਿੱਤਾ? ਵਚਨ ਕਹਿੰਦੇ ਨੇ ਉਹਨਾਂ ਬੇਪਰਤੀਤਿਆਂ ਦੀਆਂ ਬੁੱਧਾਂ ਨੂੰ ਇਹ ਆ ਪੁਚਲਾਏ ਜਾਣ ਦੀ ਸਥਿਤੀ ਕਿ ਹੁਣ ਸਾਨੂੰ ਕੀ ਨਾ ਲੱਗੇ ਕੁਛ। ਫਿਰ ਜਦੋਂ ਸਮਝ ਨਹੀਂ ਨਾ ਲੱਗਣੀ, ਫਿਰ ਸ਼ੈਤਾਨ ਨੇ ਸਾਡੀ ਉਂਗਲ ਫੜ ਕੇ ਕਿੱਧਰ ਲੈ ਜਾਣਾ। ਉਹਨੂੰ ਪਤਾ ਹੁਣ ਇਹਨੂੰ ਕੁਛ ਨਹੀਂ ਸਮਝ ਲੱਗ ਰਹੀ, ਇਹ ਫਸ ਗਿਆ ਆਪਣੀ ਕਾਮਨਾ ਦੇ ਵਿੱਚ। ਕੀ ਕਰ ਗਿਆ ਹੈ? ਫਸ ਗਿਆ। ਹੁਣ ਇਹਦਾ ਮਨ ਕੀ ਹੋ ਗਿਆ? ਅੰਨਾ ਹੋ ਗਿਆ। ਦਾ ਮਨ ਹੁਣ ਕੋਈ ਕੰਮ ਨਹੀਂ ਕਰ ਰਿਹਾ, ਇਹਦਾ ਦਿਮਾਗ ਹੁਣ ਕੀ ਨਹੀਂ ਕਰ ਰਿਹਾ? ਇਹਦੇ ਮਨ 'ਚ ਹੁਣ ਸਿਰਫ ਕੀ ਆ ਕਿ ਮੈਂ ਜੋ ਸੋਚਿਆ, ਮੇਰੀ ਜੋ ਇੱਛਾ, ਮੇਰੀ ਜੋ ਕਾਮਨਾ ਕੀ ਹੋਵੇ ਬਸ। ਮੈਂ ਪਹਿਲਾਂ ਬੜੀ ਵਾਰ ਉਦਾਹਰਨ ਦੇ ਚੁੱਕਾ, ਸ਼ਾਇਦ ਰਿਕਾਰਡਿੰਗ 'ਚ ਵੀ ਉਸ ਤਰ੍ਹਾਂ ਵੀ, ਆਫਲਾਈਨ ਵੀ, ਕਿ ਸ਼ੈਤਾਨ ਹਰ ਇੱਕ ਦੇ ਜੀਵਨ 'ਚ ਇਸ ਤਰ੍ਹਾਂ ਦੇ ਤੀਰ ਲੈ ਕੇ ਆਵੇਗਾ, ਪਰ ਜਿਨ੍ਹਾਂ ਮੁਕਤੀ ਦਾ ਟੋਪ ਪਾਇਆ ਨਾ, ਉਹ ਉਸ ਸਮਾਨ ਨੇ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਬਾਹਰ ਵਿਹੜੇ 'ਚ ਬੈਠੇ ਹੋ ਜਾਂ ਕਿਤੇ ਬਾਹਰ ਬੈਠੇ ਹੋ, ਇਹ ਪੰਛੀ, ਇਹ ਚਿੜੀਆਂ ਕਾਵਾਂ ਤੁਹਾਡੇ ਸਿਰ ਤੋਂ ਉੱਡਦੇ ਨੇ, ਤੁਸੀਂ ਇਹਨਾਂ ਨੂੰ ਉੱਡਣ ਤੋਂ ਕੀ ਨਹੀਂ ਕਰ ਸਕਦੇ। ਪਰ ਜੇਕਰ ਇਹ ਕਹਿਣਾ ਆਪਾਂ ਆਲਣਾ ਬਣਾਉਣਾ ਤੁਹਾਡੇ ਸਿਰ ਤੇ, ਆਲਣਾ ਬਣਾਉਣ ਤੋਂ ਰੋਕ ਸਕਦੇ ਹੋ ਨਾ? ਕਿਉਂਕਿ ਤੁਹਾਨੂੰ ਪਤਾ ਜਦੋਂ ਇਹਨਾਂ ਆਲਣਾ ਬਣਾਇਆ, ਇਹ ਸਿਰਫ ਆਲਣਾ ਨਹੀਂ ਬਣਾਉਣਗੇ, ਇਹ ਇੱਥੇ ਬੱਚਿਆਂ ਨੂੰ ਵੀ ਕੀ ਦੇਣਗੇ। ਇਸ ਕਰਕੇ ਤੁਹਾਡਾ ਦਿਮਾਗ, ਤੁਹਾਡਾ ਮਨ ਸ਼ੈਤਾਨ ਦੇ ਪਾਪ ਦੀ ਉਬਚ ਨਾ ਬਣੇ। ਇਸ ਕਰਕੇ ਪਰਮੇਸ਼ਰ ਕਹਿੰਦਾ ਮੁਕਤੀ ਦਾ ਕੀ ਪਾ ਲਓ? ਟੋਪ ਪਾ ਲਓ। ਹਰ ਇਨਸਾਨ ਤਦੇ ਹੀ ਪਰਤਾਇਆ ਜਾਂਦਾ ਜਦੋਂ ਆਪਣੀ ਹੀ ਕਾਮਨਾ ਦੇ ਵਿੱਚ ਕੀ ਕਰਦਾ? ਉਹ ਫਸਦਾ, ਔਰ ਦੂਸਰਾ ਕੀ ਹੋ ਜਾਂਦਾ? ਪੁਚਲਾਇਆ ਜਾਂਦਾ। ਤੇ ਫੇਰ ਕੀ ਹੁੰਦੀ ਆ? ਤਦ ਕਾਮਨਾ ਗਰਭਣੀ ਹੋਈ। ਫੇਰ ਉਹ ਕਾਮਨਾ ਕਿੱਥੇ ਚਲੀ ਗਈ? ਅੰਦਰ ਚ ਗਰਭਣੀ ਹੋ ਗਈ। ਜਿਸ ਤਰ੍ਹਾਂ ਇੱਕ ਗਰਭਵਤੀ ਔਰਤ ਬੱਚੇ ਨੂੰ ਕੀ ਦਿੰਦੀ ਆ? ਹਾਂ, ਤਾਂ ਪਾਪ ਨੂੰ ਜਣਦੀ ਹੈ। ਉਹ ਕਿਹਨੂੰ ਜਨਮ ਦੇਗੀ? ਇੱਕ ਛੋਟੀ ਜੀ ਕਾਮਨਾ, ਇੱਕ ਛੋਟਾ ਜਿਹਾ ਤੀਰ ਕੀ ਬਣ ਗਿਆ ਤੁਹਾਡੇ ਜੀਵਨ 'ਚ? ਪਾਪ ਨੂੰ ਜਨਮ ਦੇਣ ਦਾ ਕਾਰਨ। ਤੇ ਪਾਪ ਦੀ ਮਜ਼ਦੂਰੀ ਕੀ ਆ? ਮਜ਼ਦੂਰੀ ਮਤਲਬ ਤੁਸੀਂ ਇਹ ਜਿੰਨੀ ਵੀ ਮਿਹਨਤ ਕੀਤੀ, ਕਿਹਦੇ ਲਈ ਕੀਤੀ? ਪਾਪ ਲਈ ਤੇ ਕੀਤੀ। ਤੇ ਇੱਕ ਦਿਨ ਆਉਣ ਵਾਲਾ ਆ ਜਿੱਦਣ ਸਾਨੂੰ ਇਹ ਸਾਰੀਆਂ ਮਜ਼ਦੂਰੀਆਂ ਦੀ ਤਨਖਾਹ ਮਿਲੇਗੀ। ਸਮਝ ਰਹੇ ਹੋ? ਉਹ ਕਿਦਨ ਹੈ? ਜਿੱਦਣ ਨਿਆਂ ਹੋਣਾ, ਉਦੋਂ ਸਾਨੂੰ ਤਨਖਾਹਾਂ ਮਿਲ ਜਾਣੀਆਂ। ਇੱਕ ਆਤਮਿਕ ਇਨਸਾਨ ਕਿਹਦੀ ਮਜ਼ਦੂਰੀ ਕਰ ਰਿਹਾ? ਆਪਣੇ ਆਤਮਿਕ ਜੀਵਨ ਦੀ। ਇੱਕ ਪਾਪੀ ਇਨਸਾਨ ਕਿਹਦੀ ਮਜ਼ਦੂਰੀ ਕਰ ਰਿਹਾ? ਜਿਹੜੇ ਆਤਮਿਕ ਇਨਸਾਨ ਉਹਨਾਂ ਦੀ ਮਜ਼ਦੂਰੀ ਕੀ ਆ? ਹਮੇਸ਼ਾ ਦਾ ਆਨੰਦ ਔਰ ਜੀਵਨ। ਪਾਪ ਦੀ ਮਜ਼ਦੂਰੀ ਮੌਤ, ਮਤਲਬ ਰੋਣਾ ਤੇ ਕਚੀਚੀਆਂ ਦਾ ਵੱਟਣਾ, ਕਲਪਨਾ। ਉਹ ਵੀ ਕੋਈ ਇੱਕ ਦਿਨ ਦਾ ਨਹੀਂ, ਹਮੇਸ਼ਾ ਹਮੇਸ਼ਾ ਦਾ। ਇਸ ਕਰਕੇ ਪਰਮੇਸ਼ਰ ਕਹਿੰਦਾ ਆਪਣੇ ਮਨ ਦੀ ਕੀ ਕਰ? ਇਹਦੇ ਤੇ ਮੁਕਤੀ ਦਾ ਕੀ ਪਾ ਲਾ? ਹੈਲਮਟ ਪਾ ਲੈ, ਤਾਂ ਕਿ ਸ਼ੈਤਾਨ ਜਦੋਂ ਤੈਨੂੰ ਭਰਮਾਉਣ ਆਏ, ਸ਼ੈਤਾਨ ਜਦੋਂ ਤੈਨੂੰ ਉਕਸਾਉਣ ਆਵੇ, ਤੇ ਤੂੰ ਕੀ ਨਾ ਕਰੀ? ਉਹਦੀ ਜਾਲ 'ਚ ਕਿਤੇ ਫਸ ਨਾ। ਇਸ ਚੀਜ਼ ਤੋਂ ਤੈਨੂੰ ਮੁਕਤੀ ਦਾ ਟੋਪ ਕੀ ਕਰੇਗਾ? ਇਹੋ ਕੰਮ ਆਦਮ ਤੇ ਹਵਾ ਦੇ ਨਾਲ ਹੋਇਆ। ਪੜ੍ਹਦੇ ਹਾਂ ਜੀ, ਉਤਪਤ ਦੀ ਕਿਤਾਬ 'ਚ ਜਾਈਏ ਵਾਪਸ, 3 ਬਾਬ ਉਹਦਾ 5 ਔਰ 6 ਵਚਨ ਪੜ੍ਹੀਏ। ਸਗੋਂ ਪਰਮੇਸ਼ਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ, ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ। ਹਾਂ, ਹੁਣ ਸ਼ੈਤਾਨ ਕੀ ਪਾ ਰਿਹਾ? ਉਹਦੇ ਮਨ 'ਚ ਕੀ ਪਾ ਰਿਹਾ? ਕਿ ਜਦੋਂ ਇੱਥੋਂ ਤੱਕ ਕਿ ਪਰਮੇਸ਼ਰ ਕੀ ਕਰਦਾ ਆ। ਹੁਣ ਇਹ ਵਿਚਾਰ ਆਏ ਕਿਸ ਤਰ੍ਹਾਂ? ਤਾਂ ਤੁਸੀਂ ਪਿਛਲੀ ਵਾਰ ਦੀ ਕਲਾਸ 'ਚ ਆਪਾਂ ਜਦੋਂ ਨਬੂਕਦਨਸਰ ਨੂੰ ਵੇਖਿਆ, ਤੇ ਇਸ
ਉਤਪਤੀ ਦੀ ਕਿਤਾਬ ਦੇ ਵਿੱਚ ਜਦੋਂ ਅਸੀਂ ਸ਼ੈਤਾਨ ਦੀ ਪਹਿਲੀ ਆਵਾਜ਼ ਸੁਣੀ ਤੇ ਨਬੂਕਦਨਸਰ ਔਰ ਸ਼ੈਤਾਨ ਦੀ ਆਵਾਜ਼ ਕੀ ਕਰਦੀ ਸੀ? ਮੇਲ ਖਾ ਰਹੀ ਸੀ। ਹਵਾ ਦੇ ਕੋਲ ਸ਼ੈਤਾਨ ਕਿਸ ਤਰ੍ਹਾਂ ਆਇਆ ਸੀ? ਕੀ ਕਹਿੰਦਾ ਸੀ? ਪਹਿਲਾ ਲਫ਼ਜ਼ ਉਹਨੇ ਆ ਕੇ ਕੀ ਕਿਹਾ ਸੀ? ਭਲਾ ਇਹ ਸੱਚ ਆ ਕਿ ਤੁਸੀਂ ਕੀ ਨਹੀਂ ਕਰਦੇ? ਨਬੂਕਦਨਸਰ ਕੋ ਆ ਕੇ ਸਦਰਕ ਮੇਸ਼ਕ ਅਬਦਨਗੋ ਕੋ ਆ ਕੇ ਕੀ ਕਹਿੰਦਾ ਨਬੂਕਦਨਸਰ? ਭਲਾ ਇਹ ਸੱਚ ਆ ਕਿ ਤੁਸੀਂ ਕੀ ਨਹੀਂ ਕਰਦੇ? ਦੋਨੋਂ ਆਵਾਜ਼ਾਂ ਮਿਲਦੀਆਂ ਨਾ, ਇਹਦਾ ਮਤਲਬ ਕੌਣ ਬੋਲ ਰਿਹਾ? ਸੱਚ। ਇਸੇ ਤਰ੍ਹਾਂ ਇਸ ਮੁਕਤੀ ਦੇ ਵਸਤਰਾਂ ਦੇ, ਇਹਨਾਂ ਜਲਾਲੀ ਵਸਤਰਾਂ ਤੇ, ਆਤਮਿਕ ਵਸਤਰਾਂ ਦੇ ਵਿੱਚ ਸਭ ਤੋਂ ਪਹਿਲਾਂ ਕਿਹਦਾ ਨਾਂ ਆਇਆ? ਬੈਲਟ ਪਾਉਂਦੇ ਸਭ ਤੋਂ ਪਹਿਲਾਂ ਕੀ ਪਾਉਂਦੇ ਜੀ? ਪਹਿਲਾਂ ਕੱਪੜੇ ਪਾਉਂਦੇ, ਫੇਰ ਕੀ ਪਾਉਂਦੇ ਹੋ? ਪਰ ਆਤਮਿਕ ਵਸਤਰਾਂ 'ਚ ਕੀ ਹੈ? ਸਭ ਤੋਂ ਪਹਿਲਾਂ ਕਿਹਦਾ ਨੰਬਰ ਹੈ? ਸੱਚਾਈ ਦੀ। ਕਿਉਂ? ਕਿਉਂਕਿ ਸ਼ੈਤਾਨ ਸਭ ਤੋਂ ਪਹਿਲਾਂ ਤੁਹਾਡੀ ਸੱਚਾਈ ਤੇ ਵਾਰ ਕਰੇਗਾ। ਜਰਾ ਜਿਹਾ ਝੂਠ, ਜਰਾ ਜੀ ਮਿਲਾਵਟ ਪਰਮੇਸ਼ਰ ਦੇ ਵਚਨਾਂ ਦੇ ਵਿੱਚ, ਜਰਾ ਜਿਹਾ ਆਪਣੇ ਫਾਇਦੇ ਲਈ ਇਸਤੇਮਾਲ ਕਰਨਾ ਤੁਹਾਡੇ ਜੀਵਨ ਦੇ ਵਿੱਚ ਸ਼ੈਤਾਨ ਲਈ ਵੱਡਾ ਬੂਹਾ ਖੋਲੇਗਾ। ਹਵਾ ਨੇ ਕੀ ਕਰ ਦਿੱਤਾ ਸੀ? ਸ਼ੈਤਾਨ ਨੇ ਆ ਕੇ ਪੁੱਛਿਆ, ਭਲਾ ਇਹ ਸੱਚ ਹੈ ਤੁਸੀਂ ਕੀ ਨਹੀਂ ਕਰਦੇ? ਹਵਾ ਨੂੰ ਕੀ ਕਹਿਣਾ ਚਾਹੀਦਾ ਸੀ? ਸੱਚ ਹੈ। ਸਾਡੇ ਜੋ ਪ੍ਰਭੂ ਨੇ ਕਿਹਾ ਕੀ ਹੈ? ਉਹ ਕੀ ਕਹਿੰਦੀ? ਕਹਿੰਦੀ ਨਹੀਂ, ਹਾਂ ਅਸੀਂ ਨਾ ਤੇ ਕੀ ਕਰਦੇ ਹਾਂ ਤੇ ਨਾ ਉਹਨੂੰ ਕੀ ਕਰਦੇ ਹਾਂ? ਕੀ ਕਰ ਦਿੱਤਾ? ਥੋੜਾ ਜਿਹਾ ਝੂਠ ਬੋਲਿਆ ਸ਼ੈਤਾਨ ਨੇ, ਸ਼ੈਤਾਨ ਲਈ ਦਰਵਾਜ਼ਾ ਕੀ ਹੋ ਗਿਆ? ਇਸ ਕਰਕੇ ਪਰਮੇਸ਼ਰ ਦਾ ਵਚਨ ਕਹਿੰਦਾ ਤੇਰੇ ਜੀਵਨਾਂ ਦੇ ਸਭ ਤੋਂ ਪਹਿਲਾਂ ਕੀ ਨੰਬਰ ਹੋਵੇ? ਤੂੰ ਸੱਚਾ ਹੋਵੇਂ, ਕਿਉਂਕਿ ਤੂੰ ਸੱਚੇ ਪਰਮੇਸ਼ਰ ਦਾ ਪੁੱਤਰ ਆ। ਉਹ ਕਹਿੰਦਾ ਰਾਹ, ਸੱਚਾਈ ਤੇ ਜੀਵਨ ਕੀ ਆ? ਜੇਕਰ ਦੁਨੀਆ ਤੇ ਕੋਈ ਸੱਚ ਆ, ਇਹ ਪਰਮੇਸ਼ਰ ਦੇ ਵਚਨ ਤੋਂ ਇਲਾਵਾ ਹੋਰ ਕੋਈ ਸੱਚ ਨਹੀਂ ਹੈ, ਕਿਉਂਕਿ ਝੂਠ ਟਿਕਦਾ ਨਹੀਂ। ਇਹ ਵਚਨ ਕੀ ਆ? ਇਹ ਧਰਤੀ ਆਕਾਸ਼ ਕੀ ਹੋ ਜਾਣਗੇ, ਪਰ ਮੇਰਾ ਵਚਨ ਕਦੇ ਵੀ ਟਲੇਗਾ ਨਹੀਂ। ਹਾਲੇਲੂਇਆ। ਇਸ ਕਾਰਨ ਇਹ ਹੋਇਆ ਕਿਉਂ? ਇਹ ਇੱਛਾਵਾਂ ਆਈਆਂ ਕਿਉਂ? ਜਦੋਂ ਸ਼ੈਤਾਨ ਦੇ ਲਈ ਕੀ ਕਰ ਦਿੱਤਾ ਗਿਆ? ਬੂਹਾ ਖੋਲ ਦਿੱਤਾ ਗਿਆ। ਔਰ ਕੀ ਹੋਇਆ ਜਦੋਂ ਸ਼ੈਤਾਨ ਨੇ ਆ ਕੇ ਹਵਾ ਦੇ ਨਾਲ ਗੱਲ ਕੀਤੀ? ਕੀ ਪਾ ਰਿਹਾ ਉਹਦੇ ਦਿਮਾਗ ਦੇ ਵਿੱਚ? ਹਾਂਜੀ, ਸਗੋਂ ਪਰਮੇਸ਼ਰ ਜਾਣਦਾ ਹੈ, ਕਹਿੰਦਾ ਸਗੋਂ ਪਰਮੇਸ਼ਰ ਕੀ ਕਰਦਾ ਆ? ਜਾਣਦਾ ਆ। ਹਾਂ, ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ, ਜਿਸ ਦਿਨ ਤੁਸੀਂ ਉਸ ਫਲ ਤੋਂ ਖਾਓਗੇ, ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ, ਤੁਹਾਡੀਆਂ ਅੱਖੀਆਂ ਕੀ ਹੋ ਜਾਣਗੀਆਂ? ਅੱਗੇ ਪੜੋ। ਅਤੇ ਤੁਸੀਂ ਪਰਮੇਸ਼ਰ ਵਾਂਗੂ ਭਲੇ ਬੁਰੇ ਦੀ ਸਿਆਣ ਵਾਲੇ ਹੋ ਔਰ ਜਾਓਗੇ। ਤੁਸੀਂ ਪਰਮੇਸ਼ਰ ਵਾਂਗੂ ਭਲੇ ਬੁਰੇ ਦੀ ਕੀ ਹੋ ਜਾਵੋਗੇ? ਕਿ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ, ਤੁਹਾਨੂੰ ਸਮਝ ਆਉਣੀ ਸ਼ੁਰੂ ਹੋ ਜਾਵੇਗੀ। ਹਾਂ, ਜਾਂ ਤੀਵੀਂ ਨੇ ਵੇਖਿਆ ਕਿ ਉਹ ਬਿਰਸ਼ ਖਾਣ ਲਈ ਚੰਗਾ ਫਿਰ ਹੈ। ਉਸ ਐਤ ਤੋਂ ਬਾਅਦ ਅਸੀਂ ਪੜ੍ਹਦੇ ਹਾਂ ਇਹਦੀ 6 ਐਤ। 5 ਚ ਉਹ ਗੱਲ ਕਰ ਗਿਆ। 5 ਚ ਆਪਣੇ ਤੀਰ ਕੀ ਕਰ ਗਿਆ? ਕਿਹੜੇ ਕਿਹੜੇ ਤੀਰ ਸੀ? ਸਗੋਂ ਪਰਮੇਸ਼ਰ ਜਾਣਦਾ, ਸਗੋਂ ਤੁਹਾਡੀਆਂ ਕੀ ਹੋ ਜਾਣਗੀਆਂ? ਔਰ ਦੂਸਰਾ, ਪਰਮੇਸ਼ਰ ਵਾਂਗੂ ਭਲੇ ਬੁਰੇ ਦੀ ਸਿਆਣ ਦੇ ਲਈ ਕੀ ਹੋ ਜਾਓਗੇ? ਤੁਸੀਂ ਤਿਆਰ ਹੋ ਜਾਓਗੇ। ਇੰਨੀ ਗੱਲ ਕਹਿ ਕੇ ਸ਼ੈਤਾਨ ਚਲਾ ਗਿਆ। ਬਸ ਉਹਨੇ ਹੋਰ ਕੋਈ ਵੱਧ ਗੱਲ ਉਹਦੇ ਨਾਲ ਨਹੀਂ ਕੀਤੀ। ਪਰ ਅੱਗੇ ਹੋਇਆ ਕੀ? ਫਿਰ ਪੜੋ। ਜਾਂ ਤੀਵੀਂ ਨੇ ਵੇਖਿਆ ਫਿਰ ਉਸ ਔਰਤ ਨੇ ਫਿਰ ਹੁਣ ਜਦੋਂ ਉਸ ਫਲ ਨੂੰ ਵੇਖਿਆ ਕਿ ਉਹ ਬਿਰਸ਼ ਖਾਣ ਲਈ ਚੰਗਾ ਹੈ, ਉਹ ਬਿਰਸ਼ ਖਾਣ ਲਈ ਹੁਣ ਕੀ ਲੱਗ ਰਿਹਾ ਉਹਨੂੰ? ਚੰਗਾ। ਹਾਂ, ਅਤੇ ਅੱਖੀਆਂ ਨੂੰ ਭਾਉਂਦਾ ਹੈ। ਔਰ ਉਹਦੀਆਂ ਅੱਖੀਆਂ ਨੂੰ ਕੀ ਕਰ ਰਿਹਾ? ਉਹ ਅਟਰੈਕਟ ਕਰਦਾ ਆ। ਉਹਦੀਆਂ ਅੱਖੀਆਂ ਨੂੰ ਚੰਗਾ ਲੱਗਦਾ। ਕਹਿੰਦਾ ਨਾ, ਇਨਸਾਨ ਤਦੇ ਹੀ ਪਰਤਾਵੇ ਚ ਪੈਂਦਾ ਜਦੋਂ ਆਪਣੀ ਹੀ ਕਾਮਨਾ ਵਿੱਚ ਕੀ ਕੀਤਾ ਜਾਂਦਾ ਆ? ਲੁਭਾਇਆ। ਹੁਣ ਉਹਦੀਆਂ ਅੱਖੀਆਂ ਨੂੰ ਚੰਗਾ ਲੱਗਣਾ ਮਤਲਬ ਅੰਦਰ ਉਹਦੀਆਂ ਅੱਖੀਆਂ ਨੂੰ ਕੀ ਲੱਗ ਰਿਹਾ? ਉਹ ਲੁਭਾਵਨਾ ਲੱਗ ਰਿਹਾ। ਉਹਦੀਆਂ ਅੱਖੀਆਂ ਨੂੰ ਉਹ ਸੋਹਣਾ ਲੱਗ ਰਿਹਾ ਆ। ਹੁਣ ਤੁਸੀਂ ਆਪਣੇ ਜਦੋਂ ਸ਼ਹਿਰ ਜਾਂਦੇ, ਆਪਣੇ ਬਾਜ਼ਾਰਾਂ ਜਾਂਦੇ ਹੋ, ਦੁਕਾਨਦਾਰ ਨੇ ਚੀਜ਼ਾਂ ਲੁਕਾ ਕੇ ਲਾਈਆਂ ਹੁੰਦੀਆਂ। ਕਿੱਥੇ ਲਾਈਆਂ ਹੁੰਦੀਆਂ? ਹੈ ਨਾ। ਜੇ ਤੁਸੀਂ ਸੂਟਾਂ ਵਾਲੀ ਦੁਕਾਨ ਤੋਂ ਲੰਘਦੇ ਹੋ, ਉਹ ਡੰਮੀਆਂ ਰੱਖੀਆਂ। ਸਭ ਤੋਂ ਵਧੀਆ ਸੂਟ ਕਿਹਨਾਂ ਨੂੰ ਪਾਏ ਹੁੰਦੇ ਨੇ? ਹੈ ਨਾ। ਲੋਕ ਵੇਖ ਕੇ ਕਹਿੰਦੇ ਹਾਂ ਇਹੋ ਜਿਹਾ ਚਾਹੀਦਾ ਮੈਨੂੰ ਵੀ। ਜੇ ਤੁਸੀਂ ਕਿਸੇ ਬੇਕਰੀ ਲਾਗੋਂ ਲੰਘਦੇ ਹੋ, ਕਿਸੇ ਸਵੀਟ ਸ਼ਾਪ ਲਾਗੋਂ ਲੰਘਦੇ ਹੋ, ਬਾਹਰ ਉਹਨੇ ਖਾਲੀ ਡੱਬੇ ਲਾਏ ਹੁੰਦੇ ਨੇ। ਸਭ ਤੋਂ ਵਧੀਆ ਵਧੀਆ ਮਿਠਾਈ ਡਿਸਪਲੇ 'ਚ ਲਾਈ ਹੁੰਦੀ। ਤੁਸੀਂ ਕੀ ਕੀਤੇ ਜਾਓ ਉਧਰ ਨੂੰ? ਇਹ ਚੀਜ਼ਾਂ ਤੁਹਾਨੂੰ ਲੁਭਾਉਣ। ਇਸੇ ਤਰ੍ਹਾਂ ਸ਼ੈਤਾਨ ਸਾਡੇ ਜੀਵਨ ਦੇ ਵਿੱਚ ਕੁਝ ਲੁਭਾਵਨੀਆਂ ਚੀਜ਼ਾਂ ਸਾਡੇ ਆਤਮਿਕ ਜੀਵਨ 'ਚ ਘਮੰਡ ਵੀ ਹੋ ਸਕਦਾ।
ਕਿ ਮੈਂ ਤੈਨੂੰ ਹੋਰ ਉੱਚਾ ਬਣਾਵਾਂਗਾ। ਉਹ ਕਹਿੰਦਾ ਨਾ ਜੇ ਤੁਸੀਂ ਕਿਹਦੇ ਵਰਗੇ ਹੋ ਜਾਵੋਗੇ, ਤੁਸੀਂ ਪਰਮੇਸ਼ਰ ਵਰਗੇ ਬਣ ਜਾਓਗੇ, ਤੁਹਾਡੀਆਂ ਅੱਖੀਆਂ ਕੀ ਹੋ ਜਾਣਗੀਆਂ, ਔਰ ਤੁਸੀਂ ਭਲੇ ਬੁਰੇ ਦੀ ਸਿਆਣ ਵਾਲੇ ਕੀ ਹੋ ਜਾਵੋਗੇ। ਜਦੋਂ ਇਹਨਾਂ ਵਿਚਾਰਾਂ ਨੂੰ ਉਹ ਬਾਹਰ ਨਹੀਂ ਕੱਢ ਪਈ, ਇਹ ਨਹੀਂ ਕਿ ਹੁਣ ਸ਼ੈਤਾਨ ਨੇ ਕਿਹਾ ਤਾਂ ਉਹਨੇ ਹੁਣੇ ਖਾ ਲਿਆ ਸੀ, ਪਤਾ ਨਹੀਂ ਕਿੰਨੀ ਦੇਰ ਉਹ ਆਪਣੇ ਵਿਚਾਰਾਂ ਦੇ ਨਾਲ ਕੀ ਕਰਦੀ ਰਹੀ ਹੋਵੇਗੀ, ਲੜਦੀ ਰਹੀ ਹੋਵੇਗੀ। ਆਖਰ ਜਦੋਂ ਉਹਨਾਂ ਵਿਚਾਰਾਂ ਤੇ ਜਿੱਤ ਨਹੀਂ ਪਾ ਸਕੀ, ਉਹਨਾਂ ਨੂੰ ਬਾਹਰ ਨਹੀਂ ਕੱਢ ਸਕੀ, ਸ਼ੈਤਾਨ ਦੀ ਸੋਚ ਨੂੰ, ਸ਼ੈਤਾਨ ਦੇ ਵਿਚਾਰ ਦੇ ਖਿਲਾਫ ਖੜੀ ਨਹੀਂ ਹੋ ਸਕੀ, ਇੱਕ ਦਿਨ ਫਿਰ ਉਹਨੇ ਹੱਥ ਵਧਾ ਕੇ ਕੀ ਕਰ ਲਿਆ, ਇੱਛਾ ਨੂੰ ਨਹੀਂ ਕੱਢਿਆ, ਇੱਛਾ ਗਰਵਣੀ ਹੋ ਗਈ ਤੇ ਪਾਪ ਨੂੰ ਕੀ ਕਰ ਦਿੱਤਾ, ਖੁਦ ਵੀ ਮਰੀ, ਆਦਮ ਨੂੰ ਵੀ ਮਾਰਿਆ ਤੇ ਸਾਨੂੰ ਸਾਰਿਆਂ ਨੂੰ ਵੀ ਕੀ ਕੀਤਾ। ਪਰ ਧੰਨਵਾਦ ਹੈ ਪ੍ਰਭੂ ਯਿਸੂ ਮਸੀਹ ਦਾ, ਉਹਨੇ ਆਤਮਿਕ ਚ ਮਰਿਆ ਹੋਇਆਂ ਨੂੰ ਦੁਬਾਰਾ ਨਵੇਂ ਸਿਰਿਓਂ ਕੀ ਦਿੱਤਾ ਆ। ਇਸ ਕਰਕੇ ਪਰਮੇਸ਼ਰ ਦਾ ਵਚਨ ਕਹਿੰਦਾ ਤੁਹਾਡੇ ਸਿਰ ਉੱਤੇ ਮੁਕਤੀ ਦਾ ਟੋਪ ਹੋਣਾ ਬਹੁਤ ਹੀ ਜ਼ਰੂਰੀ ਹੈ। ਤਾਂ ਇਹ ਥੋੜਾ ਜਿਹਾ ਮੁਕਤੀ ਦੇ ਟੋਪ ਬਾਰੇ ਪੜ੍ਹਦੇ ਹਾਂ। ਮੁਕਤੀ ਦਾ ਟੋਪ ਹੈ ਕੀ? ਇਹ ਦਿਖਣਾ ਨਹੀਂ ਕਿਸੇ ਨੂੰ, ਇਹ ਆਤਮਿਕ ਆ। ਹੁਣ ਜਿਹੜੇ ਮੁਕਤੀ ਦੇ ਟੋਪ ਦੀ ਗੱਲ ਕਰ ਰਹੇ ਹੋ ਕਿਹੜਾ ਆ? ਆਤਮਿਕ ਹੈ, ਦਿਖਾਈ ਨਹੀਂ ਦਿੰਦਾ, ਪਰ ਉਹ ਹੈ ਕੀ ਚੀਜ਼? ਆइए पढ़ते हैं जी, कूच की किताब 14 बाप 13 और 14 वचन पढ़िए। कूच की किताब 14 बाप 13 और 14 वचन। ਜਾਂ ਮੂਸਾ ਨੇ ਪ੍ਰਜਾ ਨੂੰ ਆਖਿਆ, ਜਾਂ ਮੂਸਾ ਨੇ ਪ੍ਰਜਾ ਨੂੰ ਆਖਿਆ, ਨਾ ਡਰੋ, ਨਾ ਡਰੋ, ਖੜੇ ਰਹੋ, ਹਾਂ, ਅਰ ਯਹੋਵਾ ਦੇ ਬਚਾਓ ਨੂੰ ਵੇਖੋ, ਹਾਂ, ਜਿਹੜਾ ਅੱਜ ਦੇ ਦਿਨ ਤੁਹਾਡੇ ਲਈ ਕਰੇਗਾ, ਹਾਂ, ਕਿਉਂਕਿ ਜਿਹੜੇ ਮਿਸਰੀ ਤੁਸੀਂ ਅੱਜ ਵੇਖਦੇ ਹੋ ਫਿਰ ਸਦਾ ਤੀਕ ਕਦੀ ਨਾ ਵੇਖੋਗੇ। ਹਾਂ। ਹੁਣ ਹਿੰਦੀ ਚ ਪੜ੍ਹੀਏ ਇਹਨੂੰ। मूसा ने लोगों से कहा, ਮੂਸਾ ਨੇ ਆਪਣੇ ਲੋਕਾਂ ਨੂੰ ਕਿਹਾ, डरो मत। ਹੁਣ ਉਹ ਡਰ ਕਿਉਂ ਰਹੇ ਸੀ? ਕਿਉਂਕਿ ਅੱਗੇ ਲਾਲ ਸਮੁੰਦਰ, ਪਿੱਛੇ ਕਿਹੜੀ ਸੈਨਾ ਸੀ? ਮਿਸਰ ਦੀ, ਫਿਰੌਨ ਦੀ ਸੈਨਾ। ਅੱਗੇ ਵੀ ਮੌਤ ਔਰ ਪਿੱਛੇ ਵੀ ਕੀ ਸੀ? ਹੁਣ ਇਸ ਸਮੇਂ ਜਦੋਂ ਤੁਸੀਂ ਵੀ ਇਹਨਾਂ ਹਾਲਾਤਾਂ ਚੋਂ ਲੰਘੋ, ਜਦੋਂ ਤੁਹਾਡੇ ਜੀਵਨ 'ਚ ਹਾਲਾਤ ਵੱਧ ਤੋਂ ਬੱਤਰ ਹੋ ਜਾਣ, ਜਦੋਂ ਤੁਹਾਡੇ ਜੀਵਨ 'ਚ ਤੁਹਾਨੂੰ ਆਪਣੀ ਮੌਤ ਸਾਹਮਣੇ ਦਿਖਾਈ ਦੇਵੇ, ਜਦੋਂ ਤੁਹਾਡੇ ਜੀਵਨ 'ਚ ਤੁਹਾਨੂੰ ਮੁਸ਼ਕਲਾਂ ਮੁਸੀਬਤਾਂ ਸ਼ਰੇਆਮ ਤੁਹਾਡੇ ਜੀਵਨ 'ਚ ਆਉਂਦੀਆਂ ਨਜ਼ਰ ਆਉਣ, ਫਿਰ ਕਰਨਾ ਕੀ ਹੈ? ਉਦੋਂ ਸ਼ੈਤਾਨ ਕਹਿੰਦਾ ਤੂੰ ਆਪਣੀ ਮਰਜ਼ੀ ਕਰ। ਬਾਈਬਲ ਕਲਾਸ 'ਚ ਮੈਂ ਤੁਹਾਨੂੰ ਸਮਝਾ ਚੁੱਕਾ ਸੀ। ਉਸ ਸਮੇਂ ਜਦੋਂ ਮਿਸਰ 'ਚੋਂ ਬਾਹਰ ਆ ਰਹੇ ਨੇ, ਸਾਹਮਣੇ ਕੀ ਆ? ਲਾਲ ਸਮੁੰਦਰ। ਸੱਜੇ ਔਰ ਖੱਬੇ ਕੀ ਆ? ਇੱਕ ਪਾਸੇ ਪਹਾੜ ਹੈ, ਇੱਕ ਪਾਸੇ ਜੰਗਲ ਆ। ਉਹ ਚਾਹੁੰਦੇ ਤੇ ਕਿੱਧਰ ਨੂੰ ਲੜ ਸਕਦੇ ਸੀ, ਉਹ ਚਾਹੁੰਦੇ ਤੇ ਕਿੱਧਰ ਨੂੰ ਜਾ ਸਕਦੇ ਸੀ, ਪਰ ਪਰਮੇਸ਼ਰ ਨੇ ਅੱਜ ਇੱਕ ਨਵਾਂ ਰਸਤਾ ਖੋਲਣਾ ਸੀ ਉਹਨਾਂ ਦੇ ਲਈ, ਜਿਹੜਾ ਪਹਿਲਾਂ ਕਦੀ ਹੋਇਆ ਹੀ ਨਹੀਂ ਸੀ। ਇਸ ਕਰਕੇ ਪਰਮੇਸ਼ਰ ਦਾ ਵਚਨ ਸਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਜਦੋਂ ਤੁਹਾਡੇ ਜੀਵਨ 'ਚ ਮੁਸ਼ਕਲਾਂ ਆਉਣ, ਜਦੋਂ ਤੁਹਾਡੇ ਜੀਵਨ 'ਚ ਪਰੇਸ਼ਾਨੀਆਂ ਆਉਣ, ਤੇ ਪੜਿਆ ਸੀ ਨਾ ਅਸੀਂ ਪਹਿਲਾ ਥਿਸਲੋਨਕੀਆ 5:8। ਪੜੋ ਦੁਬਾਰਾ ਜਰਾ, ਹਿੰਦੀ ਵਾਲੇ ਉੱਥੇ ਰਹਿਣ, ਪੰਜਾਬੀ ਵਾਲੇ ਵਚਨ ਪੜਨ। ਪਹਿਲਾ ਥਿਸਲੋਨਕੀਆ 5:8 ਵਚਨ। ਪਰ ਅਸੀਂ ਜਦੋਂ ਦਿੰਦੇ ਹਾਂ, ਅਸੀਂ ਜਦੋਂ ਦਿੰਦੇ ਹਾਂ ਤਾਂ ਨੇਚਾ ਅਤੇ ਪ੍ਰੇਮ ਦੀ ਸੰਜੋਗ, ਨੇਚਾ ਤੇ ਪ੍ਰੇਮ ਦੀ ਸੰਜੋਗ ਅਤੇ ਮੁਕਤੀ ਦੀ ਆਸ ਨੂੰ ਔਰ ਟੋਕਦੇ ਇਹ ਟੋਪ ਦਾ ਦੂਸਰਾ ਨਾਮ ਆ ਆਸ ਦਾ ਟੋਪ। ਇੱਕ ਆਸ ਜਿਹੜੀ ਕਦੀ ਮਰਦੀ ਨਹੀਂ, ਇਹ ਜਿਉਂਦੀ ਆਸ ਆ। ਤਾਂ ਹੀ ਤੇ ਪਤਰਸ ਕਹਿੰਦਾ ਨਾ, ਸਾਨੂੰ ਇੱਕ ਜਿਉਂਦੀ ਆਸ ਦੇਗਾ। ਕਿਹੜੀ ਜਿਉਂਦੀ ਆਸ? ਇੱਕ ਦਿਨ ਉਹ ਆਏਗਾ, ਸਾਨੂੰ ਸਾਰਿਆਂ ਨੂੰ ਕੀ ਕਰੇਗਾ? ਇਸ ਸਮੇਂ ਜਦੋਂ ਤੁਸੀਂ ਮੁਸ਼ਕਲਾਂ 'ਚ ਘਿਰੇ ਹੋਵੋ, ਜਦੋਂ ਤੁਸੀਂ ਪਰੇਸ਼ਾਨੀਆਂ 'ਚ ਘਿਰੇ ਹੋਵੋ, ਇਹ ਆਸ ਦਾ ਟੋਪ ਮੇਰਾ ਪ੍ਰਭੂ ਮੇਰੇ ਲਈ ਰਸਤਾ ਖੋਲ ਕੇ ਦੇਵੇਗਾ। ਮੈਂ ਆਪਣੀ ਮਰਜ਼ੀ ਨਾਲ ਨਹੀਂ ਜਾਵਾਂਗਾ। ਸ਼ੈਤਾਨ ਮੇਰੇ ਮਨ 'ਚ ਪਾਏਗਾ ਸੱਜੇ ਖੱਬੇ, ਇੱਧਰ ਉੱਧਰ ਚਲਾ ਜਾ, ਤਾਂ ਹੀ ਤੇ ਲੋਕ ਇੱਧਰ ਉੱਧਰ ਦੌੜਦੇ। ਪਰ ਮੂਸਾ ਨੇ ਕਿਹਾ ਚੁੱਪਚਾਪ ਖੜੇ ਰਹੋ। ਮੂਸਾ ਕਹਿੰਦਾ ਡਰੋ ਨਹੀਂ, ਚੁੱਪਚਾਪ ਕੀ ਕਰੇ ਰਹੋ, ਚੁੱਪਚਾਪ ਖਲੋ ਜਾਓ। ਕੋਈ ਆਪਣੀ ਮਰਜ਼ੀ ਪੂਰੀ ਨਹੀਂ ਕਰਨੀ। ਸ਼ੈਤਾਨ ਤੁਹਾਡੇ ਮਨ ਦੇ ਵਿੱਚ ਤੁਸੀਂ ਡਰੋਗੇ, ਕਈ ਤਰ੍ਹਾਂ ਦੇ ਵਿਚਾਰ ਲੈ ਕੇ ਆਏਗਾ, ਇੱਧਰ ਦੌੜ, ਆ ਕਰ। ਪਰ ਜੇ ਆਸ ਦਾ ਟੋਪ ਹੈ ਨਾ, ਉਸ ਮੁਕਤੀ ਦੀ ਆਸ ਦਾ ਟੋਪ ਆ, ਤੁਹਾਨੂੰ ਪੂਰਾ ਭਰੋਸਾ ਆਪਣੇ ਸਿਰਜਣਹਾਰੇ ਤੇ ਹੋਵੇਗਾ। ਉਹ ਮੇਰੀ ਮਦਦ ਕਰੇਗਾ, ਮੇਰੀ ਮਦਦ ਆਵੇਗੀ। ਉਹ ਐਸਾ ਕੰਮ ਮੇਰੇ ਜੀਵਨ 'ਚ ਕਰੇਗਾ ਜਿਹੜਾ ਦੂਸਰਿਆਂ ਲਈ ਇਤਿਹਾਸ ਤੇ ਮੇਰੇ ਲਈ ਇੱਕ ਨਵਾਂ ਕੰਮ ਹੋਵੇਗਾ। ਪੜੋ जरा हिंदी च। मूसा ने लोगों से कहा,
मूसा ने लोकां नूं कहा डरो मत, डरो ना, पढ़ो, खड़े खड़े वह उद्धार का काम देखो, चुपचाप खलोते एक मुक्ति दा की वेखो, काम वेखो। हाँ, जो यहोवा आज तुम्हारे लिए करेगा, जो परमेश्वर आज तुहाडे लिए की करेगा करेगा। हाँ, क्योंकि जिन मिस्रियों को तुम आज देखते हो, हाँ, उनको फिर कभी ना ਇਹ देखोगे। ਇਤਿਹਾਸ ਸੀ ਜਿਹੜਾ ਅਸੀਂ ਵੇਖਿਆ ਕਿ ਜਦੋਂ ਤੁਹਾਡੇ ਜੀਵਨ 'ਚ ਮੁਸ਼ਕਲਾਂ ਆਉਂਦੀਆਂ ਨੇ, ਇਧਰ ਮੇਰੇ ਵੱਲ ਦੇਖੋ, ਜਦੋਂ ਤੁਹਾਡੇ ਜੀਵਨ 'ਚ ਪਰੇਸ਼ਾਨੀਆਂ ਆਉਂਦੀਆਂ ਨੇ, ਤੁਸੀਂ ਕੀ ਕਰਦੇ ਹੋ? ਜੇ ਤੁਹਾਡੇ ਸਿਰ ਦੇ ਉੱਪਰ ਇੱਕ ਮੁਕਤੀ ਦਾ ਟੋਪ ਹੈ ਨਾ, ਮੁਕਤੀ ਆਸ ਦਿਵਾਉਂਦੀ ਹੈ। ਮੇਰਾ ਪਰਮੇਸ਼ਰ ਮੈਨੂੰ ਅੱਗ ਦੀ ਬਲਦੀ ਭੱਠੀ ਚੋਂ ਵੀ ਬਚਾਉਣ ਦੀ ਸ਼ਕਤੀ ਰੱਖਦਾ ਹੈ। ਚਾਹੇ ਮੈਂ ਮੌਤ ਦੀ ਛਾਂ ਦੀ ਵਾਦੀ 'ਚ ਫਿਰਾਂ, ਮੈਂ ਕਿਸੇ ਬਦੀ ਤੋਂ ਕਿਉਂ, ਜੋ ਤੂੰ ਮੇਰੇ ਨਾਲ ਹੈ। ਕਹਿੰਦਾ ਜਿਹੜਾ ਤੈਨੂੰ ਛੂੰਦਾ ਆ ਉਹ ਮੇਰੀ ਅੱਖ ਦੀ ਕੀ ਆਸ ਹੈ। ਸਾਡਾ ਬਲ ਯਹੋਵਾ ਮੇਰਾ ਕੀ ਆ, ਬਲ ਆ। ਯਹੋਵਾ ਬਲ ਕਹਿਣ ਦਾ ਮਤਲਬ ਮੇਰੀ ਤਾਕਤ ਯਹੋਵਾ ਆ, ਤੇ ਯਹੋਵਾ ਨੂੰ ਸਾਰਾ ਜ਼ਮਾਨਾ ਜਾਣਦਾ ਆ ਯਹੋਵਾ ਕੀ ਚੀਜ਼ ਆ। ਇਹ ਯਹੋਵਾ ਦੇ ਬਾਰੇ ਪੁੱਛਣਾ, ਨਬੂਕਤ ਨਸਰ ਨੂੰ ਜਾ ਕੇ ਪੁੱਛ ਲਿਓ। ਇਹ ਯਹੋਵਾ ਦੇ ਬਾਰੇ ਪੁੱਛਣਾ, ਮਿਸਰ ਚ ਫਿਰੌਨ ਨੂੰ ਪੁੱਛ ਲਿਓ। ਇਹ ਯਹੋਵਾ ਦੇ ਬਾਰੇ ਪੁੱਛਣਾ, ਸਦੋਮ ਅਮੂਰਾ ਨੂੰ ਪੁੱਛ ਲਿਓ। ਇਹ ਯਹੋਵਾ ਦੇ ਬਾਰੇ ਪੁੱਛਣਾ, ਸਿਹੋਨ ਤੇ ਔਗ ਦੇ ਰਾਜਿਆਂ ਨੂੰ ਪੁੱਛ ਲਿਓ। ਇਹ ਯਹੋਵਾ ਕੀ ਚੀਜ਼ ਆ, ਸਾਡਾ ਬਲ ਕੀ ਆ। ਇਸੇ ਕਾਰਨ ਸ਼ੈਤਾਨ ਸਾਡਾ ਧਿਆਨ ਹੀ ਤੇ ਯਹੋਵਾ ਤੋਂ ਕੀ ਕਰਨਾ ਚਾਹੁੰਦਾ ਆ, ਭਟਕਾਉਣਾ ਚਾਹੁੰਦਾ। ਤੂੰ ਆਪ ਕਰ, ਤੂੰ ਆਪਣੀ ਮਰਜ਼ੀ ਕਰ, ਇਸ ਸਮੱਸਿਆ ਚੋਂ ਤੂੰ ਨਹੀਂ ਨਿਕਲਣ ਵਾਲਾ। ਪਰ ਜਿਹੜਾ ਮੁਕਤੀ ਦਾ ਟੋਪ ਮੈਂ ਪਾਇਆ ਨਾ, ਉਹ ਮੈਨੂੰ ਇੱਕ ਆਸ ਦਿਵਾਉਂਦਾ ਆ। ਮੇਰਾ ਯਹੋਵਾ ਪਰਮੇਸ਼ਰ ਮੇਰਾ ਅਜਾਲੀ ਆ, ਮੈਨੂੰ ਕੋਈ ਵੀ ਥੁੜ ਨਹੀਂ ਹੋਵੇਗੀ। ਉਹ ਮੈਨੂੰ ਹਰੇ ਹਰੇ ਘਾਹ ਦੀਆਂ ਜੂਹਾਂ ਵਿੱਚ ਕੀ ਕਰਦਾ, ਤੇ ਸੁਖਦਾਇਕ ਪਾਣੀਆਂ ਦੇ ਕੋਲ ਕੀ ਕਰਦਾ ਹੈ। ਕਿ ਇਹ ਮੁਕਤੀ ਦਾ ਟੋਪ ਹੈ। ਹਰ ਮੁਸੀਬਤ, ਹਰ ਪਰੇਸ਼ਾਨੀ ਦੇ ਵਿੱਚ ਉਹ ਸਾਡੀ ਸੁਰੱਖਿਆ ਕਰ ਸਕਦਾ ਹੈ। ਆਪਣੇ ਜੀਵਨ 'ਚ ਸਭ ਤੋਂ ਪਹਿਲਾਂ ਡਰ ਕੱਢ ਦਿਓ। ਇੱਕ ਵਚਨ ਹੋਰ ਪੜਾਂਗੇ ਅਸੀਂ, ਮੀਕਾ ਨਬੀ ਦੀ ਕਿਤਾਬ, ਮੀਕਾ ਮਲਾਕੀ ਦੇ ਤੋਂ ਪਹਿਲਾਂ ਮੀਕਾ ਨਬੀ ਦੀ ਕਿਤਾਬ 7 ਬਾਬ 6, 7 ਔਰ 8 ਵਚਨ ਪੜ੍ਹੀਏ। ਮੀਕਾ ਨਬੀ ਦੀ ਕਿਤਾਬ 7 ਬਾਬ 6, 7 ਔਰ 8 ਵਚਨ। ਪੁੱਤਰ ਤਾਂ ਪਿਤਾ ਦਾ ਠੱਠਾ ਉਡਾਉਂਦਾ ਹੈ, ਹਾਂ, ਧੀ ਮਾਤਾ ਦੇ ਵਿਰੁੱਧ ਉੱਠਦੀ ਹੈ। ਹੁਣ ਵੇਖੋ, ਜਦੋਂ ਘਰ ਸਾਡੇ ਘਰਾਂ 'ਚ ਐਸੇ ਹਾਲਾਤ ਹੋ ਜਾਣ, ਕਹਿੰਦਾ ਪੁੱਤਰ ਪਿਓ ਦਾ ਤੇ ਪਿਓ ਪੁੱਤਰ ਦੇ ਖਿਲਾਫ ਹੋ ਜਾਵੇ। ਹਾਂ, ਧੀ ਮਾਤਾ ਦੇ ਵਿਰੁੱਧ ਉੱਠਦੀ ਹੈ, ਧੀ ਮਾਂ ਦੇ ਖਿਲਾਫ ਔਰ ਮਾਂ ਧੀ ਦੇ ਖਿਲਾਫ ਹੋ ਜਾਵੇ। ਹਾਂ, ਅਤੇ ਨੂੰ ਆਪਣੀ ਸੱਸ ਦੇ ਵਿਰੁੱਧ, ਨੂੰ ਸੱਸ ਔਰ ਸੱਸ ਨੂੰ ਦੇ ਖਿਲਾਫ ਹੋ ਜਾਵੇ। ਮਨੁੱਖ ਦੇ ਵੈਰੀ ਆਪਣੇ ਘਰਾਣੇ ਦੇ ਲੋਕ ਔਰ ਹਨ। ਤੇਰੇ ਘਰ ਦੇ ਲੋਕ ਤੇਰੇ ਕੀ ਹੋ ਜਾਣ। ਬਾਹਰ ਦਾ ਵੈਰ ਤੇ ਬੰਦਾ ਸਹਿ ਲੈਂਦਾ ਆ, ਪਰ ਜਦੋਂ ਘਰ 'ਚ ਐਸੇ ਹਾਲਾਤ ਹੋ ਜਾਣ ਨਾ, ਘਰ 'ਚ ਐਸੀਆਂ ਮੁਸ਼ਕਲਾਂ ਬਣ ਜਾਣ, ਜਾਂ ਤੁਹਾਡੇ ਜੀਵਨ ਦੇ ਵਿੱਚ ਐਸੀ ਕੋਈ ਵੱਡੀਆਂ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਣ, ਉਸ ਸਮੇਂ ਮੁਕਤੀ ਦਾ ਟੋਪ ਸਾਡੇ ਲਈ ਕੀ ਕਰਦਾ ਆ। ਪੜ੍ਹੀਏ ਜੀ। ਪਰ ਮੈਂ ਯਹੋਵਾ ਨੂੰ ਤੱਕਾਂ, ਕਹਿੰਦਾ ਬੇਸ਼ੱਕ ਮੇਰਾ ਮਾਂ, ਮੇਰੀ ਬਾਪ, ਮੇਰੀ ਭੈਣ, ਮੇਰੇ ਭਰਾ, ਮੇਰੇ ਘਰ ਦੇ, ਮੇਰਾ ਸਮਾਜ, ਸਾਰੀ ਦੁਨੀਆ ਹੀ ਮੇਰੀ ਕਿਉਂ ਨਾ ਹੋ ਜਾਵੇ, ਮੈਂ ਕੀ ਕਰਾਂਗਾ, ਯਹੋਵਾ ਨੂੰ ਤੱਕਾਂ, ਮੈਂ ਸਿਰਫ ਔਰ ਸਿਰਫ ਕਿਹਨੂੰ ਤੱਕਾਂਗਾ, ਯਹੋਵਾ ਨੂੰ ਵੇਖਾਂਗਾ। ਹਾਂ, ਮੈਂ ਆਪਣੀ ਮੁਕਤੀ ਦਾਤੇ ਪਰਮੇਸ਼ਵਰ ਦੀ ਉਡੀਕ ਕਰਾਂਗਾ, ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ਰ ਦੀ ਕੀ ਕਰਾਂਗਾ, ਉਡੀਕ ਕਰਾਂਗਾ। ਹਾਂ, ਮੇਰਾ ਪਰਮੇਸ਼ਵਰ ਮੇਰੀ ਸੁਣੇਗਾ। ਹਾਲੇਲੂਇਆ। ਮੇਰਾ ਪਰਮੇਸ਼ਰ ਇਹਨਾਂ ਦੀ ਨਹੀਂ ਸੁਣੇਗਾ, ਮੇਰਾ ਪਰਮੇਸ਼ਰ ਇਹਨਾਂ ਦੇ ਅਨੁਸਾਰ ਨਹੀਂ ਚੱਲੇਗਾ। ਮੈਂ ਚੁੱਪਚਾਪ ਰਵਾਂਗਾ। ਮੈਂ ਆਪਣੇ ਯਹੋਵਾ ਦੀ ਕੀ ਕਰਾਂਗਾ, ਉਹ ਮੇਰੀ ਕੀ ਕਰ ਲਵੇਗਾ। ਇਹ ਆ ਮੁਕਤੀ ਦਾ ਟੋਪ। ਕੀ ਤੁਸੀਂ ਪਾਉਂਦੇ ਹੋ? ਘਰ 'ਚ ਜਦੋਂ ਘਰੇਲੂ ਝਗੜੇ ਉੱਠਦੇ ਨੇ, ਜਦੋਂ ਘਰ 'ਚ ਪਰੇਸ਼ਾਨੀਆਂ ਉੱਠਦੀਆਂ ਨੇ, ਜਦੋਂ ਸਮਾਜ ਤੁਹਾਡੇ ਖਿਲਾਫ, ਜਦੋਂ ਘਰ ਦੇ ਲੋਕ ਤੁਹਾਡੇ ਖਿਲਾਫ, ਉਦੋਂ ਕੀ ਕਰਨਾ? ਇਸ ਮੁਕਤੀ ਦੇ ਟੋਪ ਨੂੰ ਪਹਿਨਣਾ। ਮੈਨੂੰ ਕੋਈ ਡਰ ਨਹੀਂ ਆ, ਮੇਰਾ ਯਹੋਵਾ ਕੀ ਕਰੇਗਾ, ਮੇਰੀ ਸੁਣੇਗਾ। ਹੁਣ ਇਹ ਕਿਉਂ? ਚਿੰਤਾ ਕਿਉਂ ਨਹੀਂ ਕਰਨੀ? ਮੁਕਤੀ ਦੇ ਟੋਪ ਦਾ ਮਤਲਬ
ਸਾਰੀ ਚਿੰਤਾ ਤੋਂ ਮੁਕਤ। ਮੁਕਤੀ ਦੇ ਟੋਪ ਦਾ ਮਤਲਬ ਸਾਰੀਆਂ ਬਿਮਾਰੀਆਂ ਤੋਂ ਮੁਕਤ। ਮੁਕਤੀ ਦਾ ਟੋਪ ਦਾ ਮਤਲਬ ਕਿਸੇ ਵੀ ਐਸੀ ਟੈਨਸ਼ਨ ਤੋਂ ਕੀ ਹੋ ਜਾਣਾ, ਕਿਉਂਕਿ ਯਿਸੂ ਮਸੀਹ ਦਾ ਸਵਰਗ ਦੇ ਰਾਜ ਦਾ ਪ੍ਰਚਾਰ ਹੀ ਇੱਥੋਂ ਸ਼ੁਰੂ ਹੁੰਦਾ। ਕਹਿੰਦਾ ਇਹਨਾਂ ਚਿੜੀਆਂ ਔਰ ਕਾਵਾਂ ਵੱਲ ਕੀ ਕਰੋ, ਕੀ ਕਰਦੇ, ਨਾ ਇੱਕ ਬੀਜਦੇ ਨਾ ਭੜੋਲਿਆਂ ਦੇ ਵਿੱਚ ਹੀ ਇਕੱਠੇ ਕਰਦੇ। ਕੀ ਪਰ ਹੁੰਦਾ ਕੀ ਇਹਨਾਂ ਦੇ ਨਾਲ, ਪਰ ਤੁਹਾਡਾ ਸਵਰਗੀ ਪਿਤਾ ਇਹਨਾਂ ਦੀ ਕੀ ਕਰਦਾ। ਮੁਕਤੀ ਦੇ ਟੋਪ ਦਾ ਮਤਲਬ ਹੁਣ ਮੈਨੂੰ ਮੇਰੇ ਖਾਣ ਦੀ ਚਿੰਤਾ ਨਹੀਂ, ਹੁਣ ਮੈਨੂੰ ਮੇਰੇ ਪਹਿਨਣ ਦੀ ਚਿੰਤਾ ਨਹੀਂ, ਹੁਣ ਮੈਨੂੰ ਮੇਰੇ ਜੀਵਨ ਦੀ ਚਿੰਤਾ ਨਹੀਂ। ਮੇਰਾ ਯਹੋਵਾ ਪਰਮੇਸ਼ਰ ਜਿਹਦੇ ਤੇ ਮੈਂ ਵਿਸ਼ਵਾਸ ਰੱਖਦਾ ਹਾਂ ਉਹ ਸਭ ਗੱਲਾਂ ਨੂੰ ਪੂਰੇ ਕਰਨ ਦੀ ਸ਼ਕਤੀ ਰੱਖਦਾ ਹੈ। ਜੇ ਉਹਦੀ ਮਰਜ਼ੀ ਆ ਮੈਂ ਭੁੱਖਾ ਰਵਾਂ, ਮੈਂ ਭੁੱਖਾ ਰਵਾਂਗਾ। ਜੇ ਉਹਦੀ ਮਰਜ਼ੀ ਆ ਮੈਂ ਕੁਝ ਖਾਵਾਂ, ਮੈਂ ਖਾਵਾਂਗਾ। ਜਦ ਜਿੰਨੇ ਦਿਹਾੜੇ ਉਹਨੇ ਮੈਨੂੰ ਦਿੱਤੇ ਨੇ ਉਹ ਮੈਂ ਕੱਟ ਕੇ ਹੀ ਜਾਵਾਂਗਾ, ਚਾਹੇ ਬਿਮਾਰੀ 'ਚ ਕੱਟ ਕੇ ਜਾਵਾਂ। ਸਮਝਾ ਰਹੀ ਹੈ ਜੀ? ਇਹ ਆ ਮੁਕਤੀ ਦਾ ਟੋਪ। ਸਾਡੇ ਜੀਵਨ 'ਚ ਬਿਮਾਰੀ ਆ ਜੇ ਸਾਨੂੰ ਕੋਈ ਟੈਨਸ਼ਨ ਨਹੀਂ, ਸਾਡੇ ਜੀਵਨ 'ਚ ਪਰੇਸ਼ਾਨੀ ਆ ਜੇ ਸਾਨੂੰ ਕੋਈ ਟੈਨਸ਼ਨ ਨਹੀਂ, ਕਿਉਂਕਿ ਸਾਡਾ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਸਭਨਾ ਤੋਂ ਮਹਾਨ ਆ। ਤੇ ਮਹਾਨ ਉਹਦੇ ਕੀ ਨੇ? ਕੰਮ ਨੇ। ਉਹ ਜਦੋਂ ਕੰਮ ਕਰਦਾ ਨਾ ਸਾਰੀ ਦੁਨੀਆ ਨੂੰ ਅਚੰਭੇ 'ਚ ਪਾ ਦਿੰਦਾ ਆ। ਹਾਲੇਲੂਇਆ। ਉਹਦੇ ਕੰਮ ਅਜੀਬ ਨੇ, ਐਸੇ ਐਸੇ ਕੰਮ ਨੇ ਜਿਹੜੇ ਦੁਨੀਆ ਵੇਖ ਕੇ ਹੈਰਾਨ ਔਰ ਪਰੇਸ਼ਾਨ ਹੋ ਜਾਂਦੀ ਹੈ। ਯਿਸੂ ਮਸੀਹ ਦਾ ਜਨਮ ਲੈਣਾ ਦੁਨੀਆ ਦੀ ਸਭ ਤੋਂ ਅਨੋਖੀ ਘਟਨਾ, ਜਿਹੜਾ ਕਦੀ ਹੋਇਆ ਹੀ ਨਹੀਂ ਸੀ। ਇੱਕ ਕੁਆਰੀ ਦੇ ਪੇਟ ਚੋਂ ਕੀ ਹੋ ਗਿਆ, ਦੁਨੀਆ ਵੇਖ ਰਹੀ ਇਹ ਕੀ ਹੋ ਗਿਆ। ਪੱਥਰ ਚੋਂ ਪਾਣੀ ਕੀ ਕਰ ਰਿਹਾ, ਜੋ ਪਾਣੀ ਜਿਹੜਾ ਸਭਨਾਂ ਨੂੰ ਡੋਬਦਾ ਆ ਉਸ ਪਾਣੀ ਤੇ ਕੀ ਕਰ ਰਿਹਾ, ਉਹ ਤਰ ਰਿਹਾ। ਐਸੇ ਪਰਮੇਸ਼ਰ ਦੇ ਪਿੱਛੇ ਜਦੋਂ ਅਸੀਂ ਚੱਲਾਂਗੇ, ਐਸੇ ਪਰਮੇਸ਼ਰ ਤੇ ਵਿਸ਼ਵਾਸ ਰੱਖਾਂਗੇ, ਸਾਨੂੰ ਸਾਡੇ ਜੀਵਨ 'ਚ ਆਉਣ ਵਾਲੀ ਕਿਸੇ ਵੀ ਘਟਨਾ, ਕਿਸੇ ਵੀ ਪਰੇਸ਼ਾਨੀ ਤੋਂ ਡਰਨ ਦੀ ਜ਼ਰੂਰਤ ਹੀ ਨਹੀਂ ਹੈ। ਇਹ ਹੈ ਸਾਡਾ ਮੁਕਤੀ ਦਾ ਟੋਪ। ਫਿਰ ਆਤਮਿਕ ਜੀਵਨ ਦੇ ਵਿੱਚ ਸਾਨੂੰ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਆ। ਪਤਰਸ ਕਹਿੰਦਾ ਨਾ, ਤੁਹਾਡੇ ਲਈ ਜੋ ਵੀ ਤੁਹਾਡੇ ਆਤਮਿਕ ਜੀਵਨ ਨਾਲ ਸੰਬੰਧ ਰੱਖਦਾ ਔਰ ਜੋ ਵੀ ਤੁਹਾਨੂੰ ਸਰੀਰਕ ਤੌਰ ਤੇ ਚਾਹੀਦਾ, ਇਹਨਾਂ ਸਭਨਾਂ ਗੱਲਾਂ ਦਾ ਪਹਿਲਾਂ ਹੀ ਪਰਮੇਸ਼ਰ ਨੇ ਕੀ ਕਰਕੇ ਰੱਖਿਆ ਆ, ਇੰਤਜ਼ਾਮ ਕਰਕੇ ਰੱਖਿਆ। ਨਾ ਤੇ ਆਪਣੇ ਆਤਮਿਕ ਜੀਵਨ ਦੇ ਲਈ ਕੋਈ ਪਰੇਸ਼ਾਨੀ ਦੀ ਵਾਲੀ ਗੱਲ ਸਮਝੋ, ਤੇ ਨਾ ਹੀ ਆਪਣੇ ਸਰੀਰਕ ਲੋੜਾਂ ਜ਼ਰੂਰਤਾਂ ਦੇ ਲਈ ਤੁਸੀਂ ਪਰੇਸ਼ਾਨ ਹੋਇਓ, ਕਿਉਂਕਿ ਸਾਡਾ ਪਰਮੇਸ਼ਰ, ਸਾਡਾ ਯਹੋਵਾ ਸਾਨੂੰ ਕਦੇ ਵੀ ਨਾ ਛੱਡਦਾ ਤੇ ਨਾ ਕਦੇ ਸਾਨੂੰ ਕੀ ਕਰਦਾ। ਉਹਨੇ ਸਾਨੂੰ ਆਪਣੇ ਹੱਥਾਂ ਤੇ ਕਿਸ ਤਰ੍ਹਾਂ ਰੱਖਿਆ, ਉਹ ਕਰਕੇ ਵਾਇਆ ਨਹੀਂ ਆ, ਕੀ ਕੀਤਾ ਹੋਇਆ, ਉਕਰੀ ਚੀਜ਼ ਕਦੇ ਮਿਟਦੀ ਨਹੀਂ ਆ। ਇੰਨਾ ਸਾਡਾ ਖਿਆਲ ਰੱਖਦਾ। ਜਿਸ ਤਰ੍ਹਾਂ ਮੁਰਗੀ ਆਪਣੇ ਬੱਚਿਆਂ ਦਾ ਕੀ ਰੱਖਦੀ ਆ, ਇਸ ਤਰ੍ਹਾਂ ਸਾਡਾ ਖਿਆਲ ਰੱਖਦਾ। ਇਹ ਵਚਨ ਹੀ ਬਣਦੇ ਨੇ ਸਾਡੇ ਸਿਰ ਉੱਪਰ ਮੁਕਤੀ ਦਾ ਟੋਪ। ਜ਼ਬੂਰਾਂ ਦੀ ਪੋਥੀ 119 ਬਾਪ ਉਹਦਾ 97 ਤੋਂ ਲੈ ਕੇ 99 ਵਚਨ ਤੱਕ। ਜ਼ਬੂਰ 119 97 to 99। ਹਾਲੇਲੂਇਆ। ਮੈਂ ਤੇਰੀ ਬਵਿਸਤਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਹਾਂ, ਦਿਨ ਭਰ ਮੈਂ ਉਹਦੇ ਵਿੱਚ ਲੀਨ ਰਹਿੰਦਾ ਹਾਂ। ਕਹਿੰਦਾ ਮੈਂ ਤੇਰੀ ਵਿਵਸਥਾ ਦੇ ਨਾਲ ਕਿੰਨੀ ਪ੍ਰੀਤ ਰੱਖਦਾ ਤੇ ਦਿਨ ਭਰ ਮੈਂ ਕੀ ਰਹਿਣਾ, ਉਹਦੇ ਵਿੱਚ ਲੀਨ ਰਹਿਣਾ ਆ। ਹਾਂ, ਤੂੰ ਆਪਣੇ ਹੁਕਮਨਾਮੇ ਤੋਂ, ਇਹ ਗੱਲ ਕੀ ਪਹਿਲੇ ਜ਼ਬੂਰ 'ਚ ਇਹ ਗੱਲ ਹੈ ਨਾ, ਧਰਮੀ ਕੀ ਕਰਦਾ, ਉਹਦੀ ਵਿਵਸਥਾ ਤੇ ਮਗਨ ਕਿਸ ਤਰ੍ਹਾਂ ਰਹਿੰਦੇ ਆ। ਉਹ ਮਗਨ ਦੀ ਅਵਸਥਾ ਕਿਸ ਸਾਡੇ ਸਰੀਰ ਦੇ ਕਿਹੜੇ ਹਿੱਸੇ 'ਚ ਹੁੰਦੀ ਆ, ਮਨ ਦੇ ਵਿੱਚ। ਮਨ ਹੀ ਕੀ ਰਹਿੰਦਾ ਵਿਵਸਥਾ ਤੇ। ਜਦੋਂ ਤੁਸੀਂ ਤੁਹਾਡਾ ਮਨ ਵਿਵਸਥਾ ਤੇ ਮਗਨ ਰਵੇਗਾ, ਫਿਰ ਇਹ ਵਿਵਸਥਾ, ਇਹ ਵਚਨ ਹੈਲਮਟ ਬਣ ਕੇ, ਇਹ ਵਚਨ ਮੁਕਤੀ ਦਾ ਟੋਪ ਬਣ ਕੇ ਤੁਹਾਡੇ ਮਨ ਦੀ ਕੀ ਕਰਨਗੇ, ਰੱਖਿਆ ਕਰਨਗੇ। ਹਰ ਵੇਲੇ ਕਹਿੰਦਾ ਮੈਂ ਤੇਰੀ ਵਿਵਸਥਾ ਵਿੱਚ ਕੀ ਰਹਿਣਾ ਹਾਂ, ਮਗਨ ਰਹਿਣਾ ਹਾਂ। ਹਾਂ, ਤੂੰ ਆਪਣੇ ਹੁਕਮਨਾਮੇ ਤੋਂ ਮੈਨੂੰ ਮੇਰੇ ਵੈਰੀਆਂ ਤੋਂ ਬੁੱਧਵਾਨ ਬਣਾਉਂਦਾ ਹੈ। ਤੂੰ ਆਪਣੇ ਹੁਕਮਾਂ ਤੋਂ, ਤੇਰੇ ਕਹਿਣ ਦਾ ਮਤਲਬ ਤੇਰੇ ਹੁਕਮਾਂ ਦੇ ਨਾਲ ਮੈਂ ਆਪਣੇ ਦੁਸ਼ਮਣਾਂ ਤੋਂ ਵੀ ਵੱਧ ਕੀ ਆ, ਬੁੱਧਵਾਨ ਆ। ਤੇਰੇ ਹੁਕਮਾਂ ਨੇ ਮੈਨੂੰ ਬੁੱਧ ਦਿੱਤੀ ਆ। ਹੁਣ ਸ਼ੈਤਾਨ ਜਦੋਂ ਤੁਹਾਡੇ ਜੀਵਨ ਦੇ ਵਿੱਚ ਆਪਣੇ ਤੀਰ ਚਲਾਉਣ ਦੀ ਕੋਸ਼ਿਸ਼ ਕਰੇਗਾ, ਆਪਣੀਆਂ ਇੱਛਾਵਾਂ ਪਾਉਣ ਦੀ ਕੋਸ਼ਿਸ਼ ਕਰੇਗਾ, ਜਾਂ ਆਪਣੀ ਮਰਜ਼ੀਆਂ ਨੂੰ ਕਰਨ ਦੀ ਕੋਸ਼ਿਸ਼ ਕਰੇਗਾ, ਤੁਹਾਨੂੰ ਝੱਟ ਸਮਝ ਆਏਗੀ ਇਹ ਮੇਰੀ ਮਰਜ਼ੀ ਜਾਂ ਸ਼ੈਤਾਨ ਦੀ ਮਰਜ਼ੀ ਆ, ਇਹ ਪਰਮੇਸ਼ਰ ਦੀ ਮਰਜ਼ੀ ਨਹੀਂ ਆ, ਇਹ ਮੇਰੇ ਪਿਤਾ ਦੀ ਮਰਜ਼ੀ ਨਹੀਂ ਹੈ। ਕਹਿੰਦਾ ਮੈਂ ਆਪਣੇ ਵੈਰੀਆਂ ਦੇ ਨਾਲੋਂ ਕੀ ਆ,
ਜ਼ਿਆਦਾ ਬੁੱਧਵਾਨ ਆ। ਕਿਉਂ? ਹਾਂ, ਕਿਉਂ ਜੋ ਉਹ ਸਦਾ ਮੇਰੇ ਨਾਲ ਹੈ। ਕਿਉਂ ਜੋ ਤੂੰ ਕੀ ਆ? ਸਦਾ ਮੇਰੇ ਨਾਲ ਹੈ। ਹਾਂ ਮੈਂ ਆਪਣੇ ਸਾਰੇ ਗੁਰੂਆਂ ਨਾਲੋਂ ਵੱਧ ਗਿਆਨ ਰੱਖਦਾ ਹਾਂ। ਹਾਂ, ਕਿਉਂ ਜੋ ਤੇਰੀਆਂ ਸਾਖੀਆਂ ਵਿੱਚ ਮੈਂ ਲੀਨ ਰਹਿੰਦਾ ਹਾਂ। ਤੇਰੀਆਂ ਸਾਖੀਆਂ ਵਿੱਚ ਮੈਂ ਕੀ ਰਹਿਣਾ ਆ? ਲੀਨ ਰਹਿਣਾ। ਹਿੰਦੀ ਚ ਪੜ੍ਹੀਏ ਹੁਣ 97 to 99। आहा, मैं तेरी व्यवस्था से कैसी प्रीत रखता हूँ। दिन भर मेरा ध्यान उसी पर लगा रहता है। हाँ। तू अपनी आज्ञाओं के द्वारा मुझे अपने शत्रुओं से अधिक बुद्धिमान करता है। हाँ। क्योंकि वह सदा मेरे मन में रहती है। हाँ। मैं अपने सब शिक्षाओं से भी अधिक समझ रखता हूँ, क्योंकि मेरा ध्यान तेरी चेतावनियों पर लगा रहता है। ਕਹਿੰਦਾ ਉਹ ਸਦਾ ਮੇਰੀ ਮਨ ਵਿੱਚ ਰਹਿੰਦੀਆਂ ਨੇ ਤੇ ਮੇਰਾ ਧਿਆਨ ਤੇਰੀਆਂ ਚੇਤਾਵਨੀਆਂ ਦੇ ਵੱਲ ਕੀ ਕਰਦਾ ਆ? ਇਹ ਆ ਉਹਦੇ ਹੈਲਮਟ ਦੇ, ਉਸ ਮੁਕਤੀ ਦੇ ਟੋਪ ਦੇ ਅੰਦਰ ਰਹਿਣ ਵਾਲੇ ਇਨਸਾਨ ਦੀ ਮਨੋਦਸ਼ਾ। ਕੀ ਕਰਦਾ? ਉਹਦੀਆਂ ਚੇਤਾਵਨੀਆਂ ਦੇ ਵਿੱਚ ਕੀ ਕਰਦਾ? ਲੱਗਾ। ਔਰ ਉਹਦੇ ਹੁਕਮ ਹਮੇਸ਼ਾ ਉਹਦੇ ਕੀ ਰਹਿੰਦੇ ਨੇ? ਮਨ 'ਚ ਰਹਿੰਦੇ ਨੇ। ਤੇ ਸ਼ੈਤਾਨ ਉਹਦੀਆਂ ਚੇਤਾਵਨੀਆਂ ਨੂੰ ਤੇ ਉਹਦੇ ਹੁਕਮਾਂ ਨੂੰ ਸਾਡੇ ਮਨ ਦੇ ਵਿੱਚੋਂ ਆਪਣੇ ਤੀਰਾਂ ਦੇ ਨਾਲ ਬਾਹਰ ਕੱਢਣਾ ਚਾਹੁੰਦਾ। ਉਹਨਾਂ ਨੂੰ ਬਾਹਰ ਕੱਢ ਕੇ ਆਪਣੀਆਂ ਇੱਛਾ ਤੇ ਆਪਣੀਆਂ ਮਰਜ਼ੀਆਂ ਸਾਡੇ ਜੀਵਨ 'ਚ ਕੀ ਕਰਨਾ ਚਾਹੁੰਦਾ? ਜਿਹੜੀਆਂ ਉਹਨੇ ਆਦਮ ਤੇ ਹਵਾ ਦੇ ਜੀਵਨ 'ਚ ਕੀ ਕੀਤੀਆਂ ਸੀ? ਪਾਈਆਂ ਸੀ। ਇਸ ਕਰਕੇ ਮੇਰੇ ਪਿਆਰਿਓ, ਸਾਵਧਾਨ। ਪਰਮੇਸ਼ਰ ਦਾ ਵਚਨ ਕਹਿੰਦਾ ਸਭ ਤੋਂ ਵੱਧ ਕੇ ਆਪਣੇ ਮਨ ਦੀ ਕੀ ਕਰੋ, ਕਿਉਂਕਿ ਜੀਵਨ ਦੀਆਂ ਧਾਰਾਂ ਕਿਤੇ ਤੋਂ ਨਿਕਲਦੀਆਂ ਨੇ। ਜੇ ਤੁਸੀਂ ਸ਼ੈਤਾਨ ਤੋਂ ਆਪਣਾ ਮਨ ਬਚਾ ਲਿਆ ਨਾ, ਤੁਸੀਂ ਆਪਣਾ ਸਾਰਾ ਤਨ ਵੀ ਬਚਾ ਲਿਆ। ਜੇ ਸ਼ੈਤਾਨ ਤੋਂ ਤੁਸੀਂ ਆਪਣੇ ਮਨ ਦੀ ਰੱਖਿਆ ਕਰ ਲਈ ਨਾ, ਤੁਸੀਂ ਆਪਣੇ ਆਤਮਿਕ ਜੀਵਨ ਦੀ ਕੀ ਕਰ ਲਈ ਆ? ਰੱਖਿਆ ਕਰ ਲਈ। ਇਸ ਕਰਕੇ ਯਾਦ ਰੱਖੋ, ਸਾਡਾ ਸਭਨਾ ਦਾ ਇਸ ਮੁਕਤੀ ਦੇ ਟੋਪ ਨੂੰ ਪਹਿਨਣਾ ਕੀ ਆ? ਜ਼ਰੂਰੀ ਹੈ। ਆਤਮਿਕ ਟੋਪ ਕੀ ਆ? ਹੁਣ ਮੈਨੂੰ ਕਿਸੇ ਵੀ ਗੱਲ ਦੀ ਚਿੰਤਾ ਹੀ ਫਿਕਰ ਨਹੀਂ ਆ। ਮੇਰਾ ਪ੍ਰਭੂ ਜਿਹਦੇ ਮੈਂ ਪਿੱਛੇ ਚੱਲ ਰਿਹਾ, ਜਿਹੜਾ ਮੇਰੇ ਅੱਗੇ ਚੱਲ ਰਿਹਾ, ਉਹ ਸਭ ਗੱਲਾਂ ਨੂੰ ਸੰਭਾਲਦਾ ਆ। ਉਹ ਮੇਰੇ ਵਿਸ਼ਵਾਸ ਦੀ ਰਾਖੀ ਕਰ ਸਕਦਾ ਆ। ਉਹ ਮੈਨੂੰ ਕਦੇ ਵੀ ਡੋਲਣ ਮੈਨੂੰ ਖਾਣ ਦੀ ਚਿੰਤਾ ਨਹੀਂ, ਮੇਰੀ ਬਿਮਾਰੀ ਦੀ ਮੈਨੂੰ ਚਿੰਤਾ ਨਹੀਂ, ਮੇਰੇ ਪਹਿਨਣ ਦੀ ਮੈਨੂੰ ਚਿੰਤਾ ਨਹੀਂ, ਮੇਰੇ ਪਰਿਵਾਰ ਦੀ ਕੋਈ ਮੈਨੂੰ ਚਿੰਤਾ ਨਹੀਂ, ਕਿਸੇ ਵੀ ਚੀਜ਼ ਦੀ ਮੈਨੂੰ ਚਿੰਤਾ ਨਹੀਂ, ਕਿਉਂਕਿ ਉਹ ਕਹਿੰਦਾ ਆਪਣੀਆਂ ਸਾਰੀਆਂ ਚਿੰਤਾ ਕਿਤੇ ਤੇ ਸੁੱਟ ਦਿਓ, ਮੈਂ ਆਪੇ ਹੀ ਕੀ ਕਰ ਲਵਾਂਗਾ। ਇਹ ਆ ਮੁਕਤੀ ਦਾ ਟੋਪ। ਹਾਲੇਲੂਇਆ। तो आइए थोड़ी देर प्रार्थना करिए। प्रभु, ਅਸੀਂ ਤੇਰੇ ਇਸ ਮੁਕਤੀ ਦੇ ਟੋਪ ਨੂੰ ਗ੍ਰਹਿਣ ਕਰ ਸਕੀਏ, ਅਸੀਂ ਤੇਰੇ ਇਸ ਮੁਕਤੀ ਦੇ ਟੋਪ ਨੂੰ ਪਾ ਸਕੀਏ। ਹਾਲੇਲੂਇਆ। ਧੰਨਵਾਦ ਹੋ, ਧੰਨਵਾਦ ਹੋ, ਧੰਨਵਾਦ ਹੋ, ਧੰਨਵਾਦ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਧੰਨਵਾਦ, 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 ਧੰਨਵਾਦ। ਹਾਲੇਲੂਇਆ। तो आइए आखिर ਦੇ ਵਿੱਚ ਇੱਕ ਅਸੀਂ ਗੀਤ ਗਾਵਾਂਗੇ। गीत की किताब विचों गीत नंबर 175, सियोन के सफर में मेरे मन व्याकुल ना होना कभी। अब्राहम का प्रभु, इसहाक का प्रभु और याकूब का प्रभु मेरे साथ है सदा। ये गीत गाउंदे गाउंदे ये गीत सानू साडे आत्मिक हैलमेट दी भी याद दिवाएगा, ये सानू साडी मनोदशा दसेगा। तो आइए सब मिल के गावांगे गीत किताब विचों गीत नंबर 175। सियोन के सफर में मेरे मन व्याकुल ना होना कभी। सियोन के सफर में मेरे मन व्याकुल ना होना कभी। अब्राहम का प्रभु, अब्राहम का प्रभु, इसहाक का प्रभु, याकूब का प्रभु मेरे साथ है सदा। सियोन के सफर में मेरे मन व्याकुल ना होना कभी। हालेलुया। सियोन के सफर में इस मुक्ति के टोप का पहली मनोदशा की है जिस पढ़ा सी ना, किसी भी चीज के लिए चिंता। मुझे अब किसी बात की कोई चिंता डर नहीं, मुझे अब किसी बात की कोई चिंता डर नहीं।
चलाता कुशल से मुझे, जीवन की रोटी देके वो चलाता कुशल से मुझे। अब्राहम का प्रभु, इसहाक का, हालेलुया, इसहाक का प्रभु, याकूब का प्रभु मेरे साथ है सदा। सिय्योन के सफर में व्याकुल ना होना कभी, सिय्योन के सफर में होना कभी। ਜਬੂਰਾਂ 'ਚ ਪ੍ਰਭੂ ਦਾ ਦਾਸ ਦਾਊਦ ਕਹਿੰਦਾ ਨਾ 119 ਨੰਬਰ ਜਬੂਰ 'ਚ, ਮੈਂ ਆਪਣੇ ਵੈਰੀਆਂ ਦੇ ਨਾਲੋਂ ਵੱਧ ਕੀ ਹੋ ਗਿਆ ਆ, ਸਮਝਦਾਰ ਆ, ਮੈਂ ਆਪਣੇ ਵੈਰੀਆਂ ਨਾਲੋਂ ਵੱਧ ਬੁੱਧ ਰੱਖਦਾ ਆ। ਉਹ ਕਿਸ ਤਰ੍ਹਾਂ? ਬੇਸ਼ੱਕ ਸੰਸਾਰ ਦੇ ਲੋਕ ਇਸ ਵਚਨ ਤੇ ਚੱਲਣ ਦੇ ਦੌਰਾਨ ਸਾਨੂੰ ਮੂਰਖ ਸਮਝਦੇ ਨੇ, ਪਰ ਅਸੀਂ ਉਹਨਾਂ ਨੂੰ ਮੂਰਖ ਦੇਖਦੇ ਤੇ ਹੋਵਾਂਗੇ, ਪਰ ਪਰਮੇਸ਼ਰ ਦੀ ਨਜ਼ਰਾਂ 'ਚ ਅਸੀਂ ਮੂਰਖ ਨਹੀਂ ਆ। ਦੁਨੀਆ ਦੀ ਨਜ਼ਰਾਂ 'ਚ ਭਾਵੇਂ ਅਸੀਂ ਮੂਰਖ ਗਿਣੇ ਜਾਈਏ, ਪਰ ਅਸੀਂ ਪਰਮੇਸ਼ਰ ਦੀ ਨਜ਼ਰਾਂ 'ਚ ਕੀ ਨਹੀਂ ਗਿਣਨਾ। ਬੁੱਧ ਕੀ ਆ? ਯਹੋਵਾ ਦਾ ਡਰ ਰੱਖਣਾ ਹੀ ਕੀ ਆ? ਬੁੱਧ ਆ। ਤਾਂ ਹੀ ਤੇ ਸੰਗੀਤ ਗਾਉਂਦੇ ਨਾ, ਦੁਨੀਆ ਕੀ ਨਜ਼रों में मैं भले मूर्ख ही ना जाऊं, दुनिया की नजरों में मैं भले मूर्ख ही ना जाऊं, लेकिन प्रभु की नजरों में मैं सर्वश्रेष्ठ ही गिना जाऊं, लेकिन प्रभु की नजरों में मैं सर्वश्रेष्ठ ही गिना जाऊं। अब्राहम का प्रभु, अब्राहम का प्रभु, इसहाक का प्रभु, याकूब का प्रभु मेरे साथ है सदा। सिय्योन के सफर में मेरे मन व्याकुल ना हो ना कभी, सिय्योन के सफर में। ਮੁਕਤੀ ਦਾ ਟੋਪ ਪਾਇਆ ਇਨਸਾਨ ਕਦੇ ਸੰਸਾਰ ਵੱਲ ਨਹੀਂ ਵੇਖਦਾ, ਕਿਸੇ ਇਨਸਾਨ ਵੱਲ ਨਹੀਂ ਵੇਖਦਾ। ਜਦੋਂ ਉਹਨੂੰ ਉਹਦੇ ਜੀਵਨ 'ਚ ਮੁਸ਼ਕਲ ਆਉਂਦੀ ਹੈ ਜਾਂ ਪਰੇਸ਼ਾਨੀ ਆਉਂਦੀ ਆ, ਉਹ ਸੰਸਾਰ ਤੋਂ ਕੋਈ ਆਸ ਨਹੀਂ ਲਾਉਂਦਾ। ਤਾਂ ਹੀ ਤੇ ਦਾਊਦ ਕਹਿੰਦਾ ਨਾ, ਮੇਰੀ ਮਦਦ ਕਿੱਥੋਂ ਆਏਗੀ? ਕਹਿੰਦਾ ਮੇਰੀ ਮਦਦ ਪਹਾੜਾਂ ਤੋਂ ਆਏਗੀ। ਇਸ ਤਰ੍ਹਾਂ ਤੁਹਾਨੂੰ ਜਦੋਂ ਲੋੜ ਪਏਗੀ ਨਾ, ਸਵਰਗ ਦੀ ਸੈਨਾ ਤੁਹਾਡੇ ਲਈ ਆਏਗੀ। ਤੁਹਾਨੂੰ ਲੋੜ ਪਏਗੀ, ਸਵਰਗ ਦਾ ਪਰਮੇਸ਼ਰ ਤੁਹਾਡੀ ਮਦਦ ਲਈ ਆਵੇਗਾ। ਇਸ ਕਰਕੇ ਕਿਸੇ ਇਨਸਾਨ ਤੇ ਸਾਡਾ ਆਸ਼ਰੇ ਨਹੀਂ ਆ, ਸਾਡਾ ਕਿਸੇ ਸੰਸਾਰ ਦੇ ਕਿਸੇ ਇਨਸਾਨ ਤੇ ਆਸ ਨਹੀਂ ਆ, ਸਾਡਾ ਆਸਰਾ ਸਿਰਫ ਪਰਮੇਸ਼ਰ ਤੇ ਹੈ। ਇਹ ਜੋ ਇਸ ਵਚਨ ਨੂੰ ਪੂਰਾ ਕਰਦਾ ਆ, ਉੱਥੋਂ ਸਾਬਤ ਹੁੰਦਾ ਇਸ ਇਨਸਾਨ ਨੇ ਮੁਕਤੀ ਦਾ ਟੋਪ ਪਾਇਆ ਹੋਇਆ। किसी मनुष्य पर आश्रय नहीं, अब मेरा निश्चय यही, किसी मनुष्य पर आश्रय नहीं, अब मेरा निश्चय यही, मेरा आसरा केवल यीशु ही, वो सनातन शरण मेरी, मेरा आसरा केवल यीशु ही, वो सनातन शरण मेरी। अब्राहम का प्रभु, हालेलुया, अब्राहम का प्रभु, इसहाक का प्रभु, याकूब का प्रभु मेरे साथ है सदा। सिय्योन के सफर में मेरे मन व्याकुल ना हो ना कभी, सिय्योन के सफर में मेरे मन व्याकुल ना हो ना कभी, व्याकुल ना हो ना कभी, व्याकुल ना हो ना कभी, व्याकुल ना हो ना कभी।
ਹਾਲੇਲੂਇਆ। तो आइए अपने सिरां ਨੂੰ ਝੁਕਾਵਾਂਗੇ। मैं प्रार्थना करांगा जिन्ने भी जन इत्थे बैठे ने, जिन्ने भी लोग मोबाइल के जरिए दे नाल ये परमेश्वर का वचन सुन रहे हैं, मैं सबना दे लई मैं प्रार्थना करांगा। सर्वशक्तिमान पिता परमेश्वर, मैं तुहाडा धन्नवाद करदा अज दे सुंदर समय दे लई कि एक बारी फेर तू सानू अपने कदमां दे विच बिठाया, तेरी स्तुति कीती, महिमा कीती, आराधना कीती। सब तैनू तेरे तीसरे स्वर च कबूल होण पिता, और तेरे धन्नवादियां अज अपने वचनां द्वारा एक बार फिर तुसी साडे नाल बोले पिता। मुक्ति दा टोप दे बारे तुसी दस्या पिता। सब चिंतावां तो मुक्त, सब परेशानियों तो मुक्त हो जाइए, सब गल्लां तो मुक्त हो जाइए। साडा प्रभु सानू संभाल के रखेगा। साडे प्रभु ने सानू अपने हत्थां दे विच संभालिया। साडे प्रभु ने जिस तरह एक मुर्गी अपने परां दे हेठ अपने बच्चों को संभालती, सानू संभाल के रखिया। वो सारा इंतजाम करता। शैतान वाधू दियां चिंता, शैतान वाधू दियां टेंशनां साडे जीवन च लैके आएगा, पर एक आत्मिक मनुख होने के नाते असी आत्मिक हैलमट, ये मुक्ति का हैलमट पा के रखिए, ताकि असी शैतान दियां सारियां चिंता, उहदियां सारियां ऐसे तीरां तो बच सकीए पिता, और तेरे विच एक आनंदमयी जीवन, मसीही जीवन, एक आनंदमयी जीवन करके जी सकीए पिता। मैं प्रार्थना करदा जिन्ने भी तेरे बच्चों ने इस समय तेरे सामने सिर झुका के बैठे ने, तो एक एक नूं आशीष दें, बरकत दें। तेरी कृपा, तेरा अनुग्रह हमेशा तेरे नाल बच्चों के नाल बने। धन्नवादी साडी प्रार्थना नूं सुनिया, यीशु मसीह दे नाम च मंगदे हां, आमीन। हालेलुया, हालेलुया। सब नूं जय मसीह दी। फिर वीरवार ठीक 11 बजे असी परमेश्वर दे वचन लैके आवांगे। उस दिन असीं सिखांगे आत्मा दी तलवार, जो परमेश्वर दी बाणी है, जिहड़ा परमेश्वर कहंदा की कर लो, लै लो। तद तक दे लई परमेश्वर तुहानूं सारिआं नूं संभाले। सबना उपर परमेश्वर की कृपा बनी रहे। सब नूं जय मसीह दी।